ਰਵਿੰਦਰ ਸਿੰਘ ਚੀਮਾ ਸਿਆਸਤ ਵਿੱਚ ਰਹਿ ਕੇ ਰਾਜਨੀਤੀ ਤੋਂ ਅਪਿਜ ਰਹਿਣਾ ਵਿਰਲਿਆਂ ਦੇ ਹੀ ਹਿੱਸੇ ਆਉਂਦਾ ਹੈ। ਪੰਜਾਬ ਮੰਡੀ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਪੰਜਾਬ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਆਪਣੇ ਅਫਸਰਾਨਾ ਅਤੇ ਵਪਾਰਕ ਜੀਵਨ ਵਿੱਚ ਕੋਈ ਉਲਾਂਭਾ ਨਹੀਂ ਖੱਟਿਆ। ਚਾਰੇ ਪਾਸੇ ਪਲ ਜ਼ਰੂਰ ਬਣਾਈ ਹੈ। ਕਿਸਾਨ ਅੰਦੋਲਨ ਵਿੱਚ ਤਨ, ਮਨ ਅਤੇ ਧਨ ਨਾਲ ਹਿੱਸਾ ਪਾਉਣ ਦੇ ਬਾਵਜੂਦ ਉਹ ਆਪਣੇ ਸੁਭਾਅ ਦੀ ਤਰ੍ਹਾਂ ਸਮਝੌਤੇ ਵਾਲੇ ਹੱਕ ਵਿੱਚ ਹਨ। ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਦੇ ਮਾਡਰਨ ਯੁੱਗ ਵਿੱਚ ਪਰਿਵਾਰ, ਸਮਾਜ ਅਤੇ ਭਾਈਚਾਰੇ ਨੂੰ ਜੋੜ ਕੇ ਰੱਖਣਾ ਉਹਨਾਂ ਦੀ ਕਮਾਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਦੁਖਦਾਈ ਘਟਨਾਵਾਂ ਦੀ ਫੀਸ ਸਮਾਂ ਪੈਣ ਨਾਲ ਵੀ ਮੱਠੀ ਹੋਣ ਦੀ ਥਾਂ ਹੋਰ ਡੂੰਗੀ ਹੋ ਰਹੀ ਹੈ। ਸ਼੍ਰੀ ਚੀਮਾ ਨੇ ਸਿਆਸਤ, ਕਿਸਾਨ ਅੰਦੋਲਨ ਅਤੇ ਆਪਣੇ ਸੰਘਰਸ਼ਮਈ ਜੀਵਨ ਦੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਸਾਡੇ ਹਫ਼ਤਾਵਾਰੀ ਸ਼ੋਅ ਤੁਣਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਵਿੱਚ ਆਓ ਸੁਣੀਏ ਕੀ ਕਹਿਣਾ ਸੀ ਰਵਿੰਦਰ ਸਿੰਘ ਚੀਮਾ ਜੀ ਦਾ। ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਹਾਡਾ ਸਵਾਗਤ ਹੈ। ਹੋਸਟ ਕਮਲਜੀਤ ਸਿੰਘ ਬਣਵੈਦ ਦੀ ਸਤਿ ਸ੍ਰੀ ਅਕਾਲ। ਅੱਜ ਜਿਸ ਸ਼ਖਸ ਨਾਲ ਅਸੀਂ ਤੁਹਾਡੀ ਜਾਣਕਾਰੀ ਕਰ ਰਹੇ ਹਾਂ ਉਹ ਪੰਜਾਬ ਰਾਜ ਮੰਡੀ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਪੰਜਾਬ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਜੀ ਚੀਮਾ ਨੇ। ਸਰਦਾਰ ਰਵਿੰਦਰ ਸਿੰਘ ਜੀ ਚੀਮਾ ਜਿਹੜੇ ਕਿਸਾਨ ਪਰਿਵਾਰ ਨਾਲ ਜਾਂ ਕਿਸਾਨ ਜਿਹੜਾ ਹੈਗਾ ਕਿੱਤਾ ਇਹਦੇ ਨਾਲ ਜੁੜੇ ਹੋਏ ਨੇ ਅਤੇ ਇਹਨਾਂ ਦੀਆਂ ਜਿਹੜੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਉਹ ਵੱਖ-ਵੱਖ ਖੇਤਰ ਵਿੱਚ ਤੁਹਾਡੇ ਨਾਲ ਜੋ ਸਾਂਝੀਆਂ ਕਰਾਂਗੇ। ਹੁਣ ਮੈਂ ਤੁਹਾਡੇ ਤੇ ਚੀਮਾ ਸਾਹਿਬ ਦੇ ਵਿਚਕਾਰ ਬਹੁਤਾ ਚਿਰ ਨਾ ਰਹਿੰਦਾ ਹੋਇਆ, ਚੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਵਿੱਚ ਜੀ। ਚੀਮਾ ਸਾਹਿਬ, ਮੈਂ ਤੁਹਾਨੂੰ ਪਿਛਲੇ ਕਈ ਵਰ੍ਹਿਆਂ ਤੋਂ ਜਾਣਦਾ। ਤੁਹਾਡਾ ਜੋ ਜਾਣ ਪਛਾਣ ਹੋਈ ਸੀ, ਤੁਸੀਂ ਉਦੋਂ ਪੰਜਾਬ ਰਾਜ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਸੀਗੇ, ਐਸੋਸੀਏਸ਼ਨ ਦੇ ਪ੍ਰਧਾਨ ਸੀਗੇ। ਤੁਸੀਂ ਥੋੜ੍ਹਾ ਜਿਹਾ ਮੈਨੂੰ ਪਰ ਕਿਉਂਕਿ ਆਪਾਂ ਇਹ ਕਹਿ ਲਈਏ ਵੀ ਹਮੇਸ਼ਾ ਬੰਦਾ ਇੱਥੇ ਤਾਂ ਹੁੰਦਾ ਨਹੀਂ ਗਾ, ਥੋੜ੍ਹਾ ਥੱਲੇ ਦਾ ਜਿਹੜਾ ਸ਼ੁਰੂਆਤੀ ਜੀਵਨ ਥੋੜ੍ਹਾ ਉਹਦੇ ਬਾਰੇ ਦੱਸੋ ਮੈਨੂੰ ਜੀ। ਬਣਵੈਦ ਸਾਹਿਬ, ਜਿੱਥੋਂ ਤੱਕ ਜ਼ਿੰਦਗੀ ਦੇ ਉਚਾਈਆਂ ਵਾਲੇ ਮੁਕਾਮ ਦੀ ਗੱਲ ਹੈ ਜੀ, ਜਦੋਂ ਬੰਦਾ ਕਿਸੇ ਵੀ ਮੁਕਾਮ ਤੇ ਪਹੁੰਚਦਾ ਹੈ ਜੀ ਤਾਂ ਜਦੋਂ ਉਹਨੇ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ ਹੋਵੇ ਤਾਂ ਉਹਦੇ ਮਿਹਨਤ ਦੇ ਉਹ ਸਾਲ, ਉਹ ਬਚਪਨ ਤੋਂ ਲੈ ਕੇ ਸਫਲਤਾ ਤੱਕ ਦੀ ਉਹ ਜਿਹੜੀ ਕਹਾਣੀ ਹੈ ਉਹ ਕਈ ਵਾਰ ਜਿਹਨ ਚ ਆਉਂਦੀ ਹੈ ਤੇ ਉਹਨੂੰ ਯਾਦ ਕਰਦੇ ਹਾਂ। ਕਈ ਵਾਰੀ ਬੜੀ ਸੰਤੁਸ਼ਟੀ ਵੀ ਹੁੰਦੀ ਹੈ ਕਿ ਅਸੀਂ ਮਿਹਨਤ ਕੀਤੀ ਔਰ ਪਰਮਾਤਮਾ ਨੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਫਲ ਲੱਗਾ ਸਾਡੀ ਮਿਹਨਤ ਨੂੰ। ਔਰ ਕਈ ਵਾਰ ਤਕਲੀਫ ਵੀ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਉਹ ਔਰ ਕਿਸ ਤਰ੍ਹਾਂ ਦਾ ਸਾਡਾ ਸਿਸਟਮ ਹੈ ਕਿ ਸਾਨੂੰ ਇੱਕ ਸਾਫ਼ ਸੁਥਰਾ ਜੀਵਨ ਜੀਣ ਵਾਸਤੇ ਵੀ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ। ਬਣਵੈਦ ਸਾਹਿਬ, ਸਾਡੇ ਪਰਿਵਾਰਕ ਪਿਛੋਕੜ ਬਾਰੇ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਜਿਹੜੇ ਪਿਤਾ ਪੁਰਖੀ ਬਜ਼ੁਰਗ ਪੱਛਮੀ ਪੰਜਾਬ, ਜਿਹਨੂੰ ਹੁਣ ਪਾਕਿਸਤਾਨ ਕਹਿੰਦੇ ਨੇ, ਉੱਥੇ ਜ਼ਿਲ੍ਹਾ ਗੁਜਰਾਂਵਾਲਾ 'ਚ ਰਹਿੰਦੇ ਸੀ ਔਰ ਸਾਡੇ ਪਿਤਾ ਜੀ ਹੁਣੀ ਔਰ ਚਾਚੇ ਤਾਏ ਸਾਰੇ ਅਜੇ ਛੋਟੇ ਸੀ। ਉਹਨਾਂ ਦੀ ਉਮਰ 15-15, 10-10, 8-8 ਸਾਲ ਦੀ ਸੀ। ਛੋਟਾ ਚਾਚਾ ਸਾਡਾ 5 ਸਾਲ ਦਾ ਸੀਗਾ ਤਾਂ ਉਹ ਜਿਹੜੇ ਦੇਸ਼ ਦੀ ਵੰਡ ਦੇ ਦੰਗੇ ਹੋਏ, ਜਦੋਂ ਅਸੀਂ ਆਪਣਾ ਪਿੰਡ ਛੱਡਿਆ ਉੱਥੋਂ ਸਾਡੇ ਬਜ਼ੁਰਗਾਂ ਨੇ ਤਾਂ ਸਾਡੇ ਦਾਦਾ ਜੀ ਹੁਣਾਂ ਦਾ ਔਰ ਸਾਡੇ ਪਿਤਾ ਜੀ ਦੇ ਕਜ਼ਨ ਦਾ ਉੱਥੇ ਬੜਾ ਬੇਰਹਿਮੀ ਨਾਲ ਕਤਲ ਹੋਇਆ। ਅੱਛਾ ਜੀ। ਔਰ ਉਹ ਵਾਪਸ ਨਹੀਂ ਆ ਸਕੇ। ਜੋ ਕੁਝ ਵੀ ਉਹਨਾਂ ਕੋਲ ਸੀਗਾ, ਵੈਸੇ ਉਹ ਉੱਥੇ ਬੜੇ ਖੁਸ਼ਗਵਾਰ ਮਾਹੌਲ 'ਚ ਰਹਿੰਦੇ ਸੀ। ਘਰ ਦੀ ਜ਼ਮੀਨ ਬੜੀ ਚੰਗੀ ਸੀ ਔਰ ਆਪ ਉਹ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਸਾਡੇ ਇੱਕ ਦਾਦਾ ਜੀ ਜਿਹੜੇ ਸੀਗੇ ਉਹ ਤਹਿਸੀਲਦਾਰ ਦੇ ਰੈਂਕ ਤੇ ਸੀ। ਅੱਛਾ ਜੀ। ਔਰ ਸਾਡੇ ਦਾਦਾ ਜੀ ਇੱਕ ਭਰਾ ਪਟਵਾਰੀ ਸੀਗੇ ਔਰ ਜਿਹੜਾ ਸਾਡੇ ਪਿਤਾ ਜੀ ਦਾ ਕਜ਼ਨ ਵੀ ਗੁਜ਼ਰਿਆ, ਉਹ ਵੀ ਉਸ ਵੇਲੇ ਦਾ ਗ੍ਰੈਜੂਏਟ ਸੀਗਾ। ਅੱਛਾ ਜੀ। ਸੋ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਜਿਉਣ ਵਾਲਾ ਸਾਡਾ ਜਿਹੜਾ ਪਰਿਵਾਰ ਸੀਗਾ, ਉਹ ਜਦੋਂ ਦੰਗਿਆਂ ਦੇ ਵਿੱਚ ਪਰਿਵਾਰ ਦੇ ਮੁਖੀ ਜਿਹੜੇ ਨੇ ਸ਼ਹੀਦ ਹੋ ਗਏ ਤਾਂ ਇਹ ਬਿਲਕੁਲ ਜਿਹੜੇ ਆ ਬੱਚੇ ਉਹ ਆਪਣੇ ਪਿਤਾ ਵਾਂਝੇ ਹੋ ਗਏ, ਬੇਸਹਾਰਾ ਹੋ ਗਏ ਜੀ। ਔਰ ਜੋ ਕੁਝ ਵੀ ਸੀਗਾ ਇਹਨਾਂ ਕੋਲੋਂ ਸਾਰਾ ਲਟਾ ਗਿਆ, ਬਿਲਕੁਲ ਖਾਲੀ ਹੱਥ ਆਏ। ਔਰ ਫਿਰ ਜ਼ਮੀਨਾਂ ਦੀਆਂ ਅਲਾਟਮੈਂਟਾਂ ਹੋਣ ਲੱਗੀਆਂ। ਬਹੁਤ ਮਾੜੀ ਜ਼ਮੀਨ ਮਿਲੀ, ਮਤਲਬ ਕਿਉਂਕਿ ਬੱਚੇ ਸੀ, ਜਿਹੜੇ ਲੋਕ ਸਿਆਣੇ ਸੀ ਉਹ ਪਟਵਾਰੀਆਂ ਨੂੰ ਪਹੁੰਚ ਕਰਕੇ ਮਤਲਬ ਅਲਾਟਮੈਂਟਾਂ ਚੰਗੀਆਂ ਜ਼ਮੀਨਾਂ ਦੀਆਂ ਹੋ ਜਾਂਦੀਆਂ ਸੀ ਉਹਨਾਂ ਨੂੰ, ਲੇਕਿਨ ਸਾਡੇ ਬਜ਼ੁਰਗਾਂ ਨੂੰ ਅਲਾਟਮੈਂਟ ਵੀ ਬੜੀ ਮਾੜੀ ਹੋਈ। ਅੱਛਾ ਜੀ। ਹੜਾ ਮਾਰੀ ਜ਼ਮੀਨ ਜਿਹੜੀ ਸੀ ਮਿਲੀ। ਅਕਸਰ ਕਦੇ ਮਤਲਬ ਝੋਨਾ ਤਾਂ ਜਿਹੜਾ ਸੀ
ਮਤਲਬ ਸਾਲਾਂ ਬੱਧੀ ਮਰਦਾ ਰਿਹਾ। ਕਦੇ ਕਦੇ ਸਿਆਲ 'ਚ ਮੀਂਹ ਜ਼ਿਆਦਾ ਪੈਣਾ, ਉਦੋਂ ਟ੍ਰੇਨਾਂ ਨਹੀਂ ਸੀ ਬਣੀਆਂ ਤੇ ਸਾਡੀ ਉਹ ਖਾਣ ਜਿਹੜੀ ਸੀ, ਜਿਹੜੀ ਸਰਹੰਦ ਚੋ ਜਿਹਨੂੰ ਕਹਿੰਦੇ ਸੀ, ਉਹ ਮਾਰ ਦਿੰਦੀ ਸੀ ਫਸਲਾਂ। ਠੀਕ ਹੈ ਜੀ, ਠੀਕ ਹੈ। ਸੋ ਬੜੇ ਮਿਹਨਤ ਵਾਲੇ ਹਾਲਾਤ ਸਾਡੇ ਬਜ਼ੁਰਗਾਂ ਨੇ ਜਿਹੜੇ ਆ, ਮੇਰੇ ਵੱਡੇ ਭਰਾਵਾਂ ਨੇ ਜਿਹੜੇ ਆ ਵੇਖੇ। ਔਰ ਮੈਂ ਸਮਝਦਾ ਕਿ ਮੈਂ ਉਸ ਪੂਰ ਚੋਂ ਹਾਂ ਪੰਜਾਬ ਦੇ, ਜਿਨਨੇ ਛੋਟੇ ਹੁੰਦਿਆਂ ਫੜੇ ਵੀ ਚਲਾਏ, ਜਿਨਨੇ ਹਲ ਵੀ ਵਾਇਆ, ਹਲ 2 ਫਰਾਂ ਵਾਲਾ ਵੀ ਵਾਇਆ ਤੇ ਉਲਟਾਵਾਂ ਵੀ ਵਾਇਆ। ਔਰ ਫਿਰ ਬਹੁਤ ਜਲਦੀ ਉਹ ਵੀ ਸਮਾਂ ਆਇਆ ਕਿ ਟਰੈਕਟਰ ਵੀ ਆ ਗਏ। ਜੀ ਮਤਲਬ ਤੁਸੀਂ ਮੈਨੂੰ ਦੱਸਿਓ ਵੀ ਜਦੋਂ ਬਜ਼ੁਰਗ ਇੱਧਰ ਆਏ, ਤੁਸੀਂ ਬਸ ਦੱਸ ਦਿੱਤਾ ਕਿ ਜ਼ਮੀਨ ਬੜੀ ਮਾੜੀ ਮਿਲੀ, ਉੱਧਰੋਂ ਆ ਕੇ ਫਿਰ ਇੱਧਰ ਪੈਰ ਲਾਉਣੇ ਦਾ ਬਹੁਤ ਔਖੇ ਹੋਏ ਹੋਣਗੇ। ਬਹੁਤ ਔਖੇ ਹੋਏ। ਜਦੋਂ ਸਾਡੇ ਬਜ਼ੁਰਗਾਂ ਤੋਂ ਗੱਲਾਂ ਸੁਣਦੇ ਸੀ ਸਾਨੂੰ ਰੋਣ ਆ ਜਾਂਦਾ ਸੀ, ਹੁਣ ਵੀ ਆ ਜਾਂਦਾ ਕਦੇ ਕਦੇ, ਕਿ ਲੱਕੜ ਵੀ ਨਹੀਂ ਸੀ ਹੁੰਦੀ ਰੋਟੀ ਪਕਾਉਣ ਵਾਸਤੇ, ਲੱਕੜ ਨਹੀਂ ਸੀ ਹੁੰਦੀ। ਔਰ ਸਾਡੇ ਦਾਦੀ ਜੀ ਦੱਸਦੇ ਸੀਗੇ ਕਿ ਸਾਨੂੰ ਗੁਆਂਢੀਆਂ ਨੇ ਇੱਕ ਵਾਰ ਆਪਣੇ ਛੱਤ ਦੀਆਂ ਲੱਕੜਾਂ ਜਿਹੜੀਆਂ ਸੀਗੀਆਂ ਨਾ, ਬਾਲੇ, ਉਹ ਦਿੱਤੇ। ਚੰਗੇ ਵੀ ਬੜੇ ਸੀ ਲੋਕ। ਇੱਥੇ ਮਤਲਬ ਇੱਧਰਲੇ ਪੰਜਾਬ ਦੇ ਵਿੱਚ ਲੋਕਾਂ ਨੇ ਬੜੀ ਮਦਦ ਵੀ ਕੀਤੀ। ਲੇਕਿਨ ਉਹ ਹਾਲਾਤ ਜਦੋਂ ਉਹ ਗੱਲਾਂ ਦੱਸਦੇ ਸੀਗੇ ਤੇ ਅੱਜ ਵੀ ਭਾਵੁਕ ਹੋ ਜਾਂਦਾ ਮਨ ਸਾਡਾ। ਲੇਕਿਨ ਮੈਂ ਸਮਝਦਾ ਕਿ ਜਦੋਂ ਕਿਤੇ ਮੁਸ਼ਕਲਾਂ ਆਉਂਦੀਆਂ ਨਾ, ਉਹ ਇਨਸਾਨ ਨੂੰ ਸਟਰੋਂਗ ਵੀ ਕਰਦੀਆਂ। ਬਿਲਕੁਲ। ਔਰ ਸਾਡੇ ਪਿਤਾ ਜੀ ਇੰਨੇ ਸਟਰੋਂਗ ਹੋਏ ਉਹਦੇ ਨਾਲ ਕਿ ਉਹਨਾਂ ਨੇ ਆਪਣੀ ਜਿਹੜੀ ਜ਼ਮੀਨ ਦੀ ਅਲੋਟਮੈਂਟ ਸਾਨੂੰ ਆਈ ਸੀਗੀ, ਉਹ ਤਕਰੀਬਨ 8-8 ਕਿੱਲੇ ਜ਼ਮੀਨ ਜਿਹੜੀ ਆ ਉਹ ਅਲੋਟ ਹੋਈ ਸੀ ਦਾਦਿਆਂ ਨੂੰ। ਔਰ ਉਹਦੇ ਵਿੱਚ ਫਿਰ ਤੁਸੀਂ ਲਾਓ ਅੱਗੋਂ 3 ਭਰਾ ਸੀਗੇ, ਬਾਕੀ ਜ਼ਮੀਨਾਂ ਉੱਤੇ ਸੇਮ ਸੂਮ ਚ ਆਉਂਦੀਆਂ ਸੀ, ਉਹਨਾਂ ਦੀ ਅਲਾਟਮੈਂਟ ਇੱਧਰ ਆਈ ਹੋਈ ਨਹੀਂ। ਔਰ ਉਹਦੀ ਖੇਤੀ ਦੇ ਵਿੱਚ ਇੱਥੇ ਬਜ਼ੁਰਗਾਂ ਸਾਡਿਆਂ ਨੇ ਜਿਹੜੀ ਹੈ, ਕਿਉਂਕਿ ਪਿਤਾ ਪੜ੍ਹੇ ਹੋਏ ਸੀ, ਆਪ ਵੀ ਪੜ੍ਹੇ, ਮੈਟ੍ਰਿਕ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਆ ਉਹ ਸਰਕਾਰੀ ਜੌਬ ਸ਼ੁਰੂ ਕੀਤੀ। ਚਾਚੇ ਨੇ ਵੀ, ਇਹਨਾਂ ਨੇ ਵੀ, ਦੂਜਾ ਚਾਚਾ ਸਾਡਾ ਖੇਤੀ ਕਰਦਾ ਰਿਹਾ। ਤੇ ਹੌਲੀ ਫਿਰ ਜਿਹੜੀ ਹੈ ਕਿਰਸ ਕਰਨੀ, ਮਿਹਨਤ ਕਰਨੀ ਤੇ ਮੈਸਾਂ ਰੱਖਣੀਆਂ, ਦੁੱਧ ਵੇਚਣਾ। ਕੀ ਮਤਲਬ ਮੈਨੂੰ ਨਾ ਥੋੜ੍ਹੇ ਦਿਨ ਆਪਣੇ ਵੀ ਯਾਦ ਆ ਗਏ। ਤੁਹਾਨੂੰ ਇੱਕ ਨਿੱਕੀ ਜਿਹੀ ਮੈਂ ਗੱਲ ਸ਼ੇਅਰ ਕਰਦਾ। ਅਸੀਂ ਵੀ ਨਾ ਉਹ ਜਿਹੜੀ ਝੋਲਾ ਹੁੰਦਾ ਖਾਦ ਵਾਲਾ, ਉਹੀ ਪਾ ਕੇ ਸਕੂਲ ਨੂੰ ਜਾਂਦੇ ਰਹੇ ਹਾਂ। ਤੇ ਇੱਕ ਵਾਰੀ ਸਕੂਲ ਵਿੱਚ ਡੀਓ ਨੇ ਆਉਣਾ ਸੀ ਇੰਸਪੈਕਸ਼ਨ ਲਈ। ਮੈਨੂੰ ਯਾਦ ਆ ਵੀ ਉਦੋਂ ਘਰਦਿਆਂ ਨੇ ਝੋਲਾ ਨਵਾਂ ਦਿੱਤਾ ਸੀਗਾ, ਇੱਕ ਬੋਰੀ ਥੱਲੇ ਜਾਂਦੇ ਸੀ ਵਿਛਾਉਣ ਲਈ। ਤੇ ਉਸ ਦਿਨ ਮੈਂ ਜਿਹੜਾ ਨਵਾਂ ਝੋਲਾ ਸੀ ਨਾ, ਉਹਨੂੰ ਰੱਖਿਆ ਬੋਰੀ ਉੱਤੇ, ਥੱਲੇ ਬੈਠਾ। ਸੋ ਤੁਸੀਂ ਵੀ ਇਸ ਤਰ੍ਹਾਂ ਦੇ ਦਿਨ ਦੇਖੇ ਹੋਣੇ, ਸ਼ਾਇਦ ਮੈਨੂੰ ਵੀ ਇਹ ਮਾੜੇ ਦਿਨ ਦੇਖੇ ਹੋਣੇ ਹਨਾ। ਉਦੋਂ ਸਕੂਲ ਵੀ ਇਸ ਤਰ੍ਹਾਂ ਥੋੜੀ ਉਹ ਕੋਈ ਤੁਹਾਡੇ ਧਿਆਨ 'ਚ ਵੀ ਪੜ੍ਹਾਈ ਵੇਲੇ ਕਿੱਦਾਂ ਦੇ ਤੁਹਾਨੂੰ ਹਾਲਾਤ ਦੇਖਣੇ ਪਏ ਜਾਂ ਫੀਸ ਦੇਣ ਦੇ ਪੈਸੇ? ਦੇਖੋ, ਜਿੱਥੇ ਤੱਕ ਹਾਲਾਤ ਸੀ ਗੁਰਬਤ ਵਾਲੇ ਸੀ, ਗਰੀਬੀ ਵਾਲੇ ਸੀਗੇ। ਜਦੋਂ ਫਸਲਾਂ ਮਰ ਜਾਂਦੀਆਂ ਨੇ ਤਾਂ ਹਾਲਾਤ ਚੰਗੇ ਨਹੀਂ ਹੁੰਦੇ। ਔਰ ਦੂਸਰਾ ਇਹ ਸੀਗਾ ਕਿ ਉਸ ਵੇਲੇ ਦੇਸ਼ ਦੀ ਵੰਡ ਹੋਈ ਸੀ, ਦੇਸ਼ ਦੇ ਹਾਲਾਤ ਇਸ ਤਰ੍ਹਾਂ ਦੇ ਸੀਗੇ। ਸਕੂਲ ਜਿਹੜੇ ਸੀ ਸਰਕਾਰੀ ਸੀ, ਔਰ ਉਹਨਾਂ ਦੇ ਵਿੱਚ ਜਿਹੜੇ ਤੱਪੜ ਹੁੰਦੇ ਸੀ ਨਾ, ਉਹਨਾਂ 'ਚ ਵੀ ਮੋਰੇ ਹੋਏ ਹੁੰਦੇ ਸੀਗੇ। ਠੀਕ ਹੈ ਜੀ। ਤੇ ਕਦੇ ਕਦੇ ਫਿਰ ਸਾਡੇ ਮਾਤਾ ਜੀ ਹੋਰਾਂ ਨੇ ਬੋਰੀ ਦੇ ਦੇਣੀ ਨਾਲ। ਠੀਕ ਹੈ ਜੀ, ਬਿਲਕੁਲ ਠੀਕ ਹੈ, ਥੱਲੇ ਬੈਠਣ ਲਈ। ਮੈਂ ਕਿਸੇ ਵੇਲੇ ਕਹਿਣਾ ਨਾ ਕਿ ਸਾਡੀ ਸੀਟ ਜਿਹੜੀ ਆ ਉਹ ਜਿੱਥੇ ਆਉਂਦੀ ਉੱਥੇ ਪਾਟਿਆ ਹੁੰਦਾ ਹੈ, ਤਾਂ ਉਹਨਾਂ ਕਹਿਣਾ ਕਿ ਬੇਟਾ ਤੂੰ ਬੋਰੀ ਲੈ ਜਾ ਕਰ ਤੇ ਉੱਤੇ ਰੱਖ ਲਿਆ ਕਰ। ਜੀ। ਤੇ ਉਹ ਮਾਸਟਰ ਜੀ ਵੀ ਸਾਡੇ ਬੜੇ ਗੁੱਸੇ ਵਾਲੇ ਹੁੰਦੇ ਸੀਗੇ ਉਸ ਵੇਲੇ। ਅੱਛਾ ਜੀ। ਸਾਨੂੰ ਇਹ ਹੁੰਦੀ ਸੀ ਡਿਊਟੀ ਕਿ ਸਕੂਲ ਪੜ੍ਹ ਕੇ ਗਰਮੀਆਂ 'ਚ 1 ਵਜੇ ਛੁੱਟੀ ਹੁੰਦੀ ਸੀ, ਸਿਆਲ 'ਚ 4 ਵਜੇ। ਘਰੇ ਬਜ਼ੁਰਗ ਦੁੱਧ ਦਾ ਕੰਮ ਕਰਦੇ ਸੀ ਤੇ ਸਾਡੀ ਡਿਊਟੀ ਹੁੰਦੀ ਸੀ ਕਿ ਆ ਕੇ ਮੈਸਾਂ ਨੂੰ ਖੋਲਣਾ। ਉਦੋਂ ਘਰਾਂ 'ਚ ਟੂਟੀਆਂ ਨਹੀਂ ਸੀ ਹੁੰਦੀਆਂ, ਨਲਕਿਆਂ ਦੇ ਪਾਣੀ ਪਏ ਨਹੀਂ ਸੀ ਜਾਂਦੇ, ਛੱਪੜ ਤੇ ਲੈ ਕੇ ਜਾਣੇ ਪਾਣੀ ਪਿਆਉਣ ਵਾਸਤੇ। ਔਰ ਪਾਣੀ ਪਿਆ ਕੇ ਲਿਆ ਕੇ ਫਿਰ ਉਹਨਾਂ ਨੂੰ ਮਤਲਬ ਗਤਾਵਾ ਕਰਨਾ ਤੇ ਉਹਨਾਂ ਦਾ ਤੂੜੀ ਤਾੜੀ ਵਾਲਾ ਸਾਰਾ ਜਿਹੜਾ ਕੰਮ ਕਰਨਾ। ਮੇਰੇ ਅੱਖਾਂ ਸਾਹਮਣੇ ਦ੍ਰਿਸ਼ ਆ ਗਿਆ ਜੀ, ਛੱਪੜ 'ਚ ਮੈਸਾਂ ਮਾਰ ਕੇ ਅਸੀਂ ਆਪ ਵੀ ਉੱਪਰ ਚੜ ਜਾਂਦੇ ਸੀ। ਹਾਂਜੀ। ਤੇ ਉਦੋਂ ਬਾਅਦ ਫਿਰ ਕਿਉਂਕਿ ਮੈਂ ਛੋਟਾ ਸੀਗਾ, ਮੈਨੂੰ ਤਾਂ ਆਪਣਾ ਯਾਦ ਹੈ, ਮੇਰੇ ਵੱਡੇ ਵੀਰ ਵੀ ਇਸ ਤਰ੍ਹਾਂ ਹੀ ਕਰਦੇ, ਲੇਕਿਨ ਉਹਨਾਂ ਦੀ ਜੌਬ ਮੇਰੇ ਨਾਲ ਵੱਡੀ ਹੁੰਦੀ ਸੀ। ਮੇਰੀ ਡੰਗਰਾਂ ਵਾਲੀ ਹੁੰਦੀ ਸੀ, ਉਹਨਾਂ ਦੀ ਹਲ ਵਾਲੀ ਹੁੰਦੀ ਸੀ। ਤੇ ਉਹਨਾਂ ਨੇ ਮੇਰੇ ਨਾਲੋਂ ਟਫ ਜੌਬ ਕੀਤੀ। ਉਹਨਾਂ ਦੀਆਂ ਗੱਲਾਂ ਮੈਨੂੰ ਅੱਜ ਵੀ ਯਾਦ ਨੇ। ਮੈਂ ਛੋਟਾ ਸੀ, ਉਹ ਵੱਡੇ ਸੀਗੇ। ਤੇ ਉਸ ਸਮੇਂ ਦੌਰਾਨ ਬਸ ਸਾਨੂੰ ਇੱਕੋ ਸੀ ਕਿ ਜਦੋਂ ਸਾਨੂੰ ਜਾਣਾ ਪੈਂਦਾ, ਸਾਡੇ ਨਾਲ ਦੇ ਬੱਚੇ ਜਿਹੜੇ ਸੀਗੇ ਉਹ ਖੇਡਦੇ ਹੁੰਦੇ ਗਲੀਆਂ 'ਚ। ਤੇ ਸਾਨੂੰ ਲੱਗਣਾ ਵੀ ਸਾਡੇ ਪਿਤਾ ਜੀ ਕਿੰਨੇ ਡਾਢੇ ਨੇ, ਬਈ ਸਾਨੂੰ ਘੂਰ ਘਾਰ ਕੇ ਖੇਤ ਭੇਜ ਦਿੰਦੇ ਆ,
ਆਹ ਦੇਖੋ ਸਾਡੇ ਨਾਲ ਦੇ ਇੱਥੇ ਖੇਡਦੇ ਫਿਰਦੇ। ਪਰ ਉਹਦਾ ਫਲ ਤੁਹਾਨੂੰ ਹੁਣ ਮਿਲਿਆ। ਹਾਂ ਹਨਾ। ਤੇ ਜਦੋਂ ਦੇਖਦੇ ਦੇਖਦੇ ਮਤਲਬ ਬਜ਼ੁਰਗਾਂ ਨੇ ਤਰੱਕੀ ਕੀਤੀ, ਸਾਡੇ ਮਤਲਬ 7 ਕਿੱਲਿਆਂ ਤੋਂ 60 ਕਿੱਲੇ ਸਾਡੇ ਬਜ਼ੁਰਗ ਜਦੋਂ ਗੁਜ਼ਰੇ, ਉਹਨਾਂ ਕੋਲ ਜ਼ਮੀਨ ਸੀਗੀ ਜੀ। ਔਰ ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਮਤਲਬ ਇਹ ਲੱਗਿਆ ਕਿ ਉਹਨਾਂ ਦੀ ਸਖਤੀ, ਉਹਨਾਂ ਦੀ ਕਿਰਸ ਔਰ ਉਹਨਾਂ ਦੀ ਨੇਕ ਨੀਤੀ, ਇਹ ਜਿਹੜੀ ਹੈ ਇਸੇ ਕਰਕੇ ਸਾਨੂੰ ਭਾਗ ਲੱਗੀ। ਬਿਲਕੁਲ। ਸਾਡੇ ਮਾਤਾ ਜੀ ਬੜੇ ਪਾਠ ਕਰਨ ਵਾਲੇ ਧਰਮੀ ਸੀਗੇ ਜੀ ਜੀ। ਉਹਨਾਂ ਨੇ ਦੁੱਧ ਦਾ ਕੰਮ ਸਵੇਰੇ ਕਰਨਾ ਸਾਰਾ, 4 ਵਜੇ ਉੱਠਣਾ, ਉੱਠ ਕੇ ਪਹਿਲਾਂ ਦੁੱਧ ਡੜਕਣਾ, ਫਿਰ ਐਡਾ ਟੋਕਰਾ ਰੋਟੀਆਂ ਦਾ, ਜੀ ਜੀ, ਸਣੇ ਨੌਕਰਾਂ ਪਕਾਣਾ, ਹਾਂਜੀ ਹਾਂਜੀ, ਫਿਰ ਸਿਰ ਤੇ ਰੱਖ ਕੇ ਖੇਤ ਲੈ ਕੇ ਜਾਣਾ। ਬਿਲਕੁਲ ਠੀਕ। ਉੱਥੇ ਵੀ ਫਿਰ ਕਦੇ ਬਾਜਰੇ ਡੂੰਗਣੇ, ਕਦੇ ਕਪਾਹਾਂ ਚੁਗਣੀਆਂ। ਅਸੀਂ ਅੱਜ ਹੈਰਾਨ ਹੁੰਨੇ ਆ ਕਿ ਅੱਜ ਦੀਆਂ ਬੀਬੀਆਂ ਨੂੰ ਵਿਚਾਰੀਆਂ ਨੂੰ ਖੇਤਾਂ ਵਾਲਾ ਕੋਈ ਕੰਮ ਨਹੀਂ, ਦੁੱਧ ਵਾਲਾ ਕੋਈ ਕੰਮ ਨਹੀਂ, ਫਿਰ ਵੀ ਸਾਰਾ ਦਿਨ ਕੰਮ ਨਹੀਂ ਵਿਚਾਰੀਆਂ ਦੇ ਮੁੱਕਦੇ। ਮਤਲਬ ਤੁਸੀਂ ਇੱਕ ਬਹੁਤ ਵਧੀਆ ਗੱਲ ਕੀਤੀ। ਹੁਣ ਦੱਸਿਓ, ਪੁਰਾਣੀ ਅਤੇ ਨਵੀਂ ਬੀਬੀ ਦੀ ਗੱਲ ਕੀਤੀ ਹੈ। ਹੁਣ ਤੁਹਾਡੇ ਬੱਚੇ ਜਿਹੜੇ ਆ, ਹਾਂ, ਉਹ ਕੁਦਰਤੀ ਆ ਕਨਵੈਂਟ ਸਕੂਲਾਂ 'ਚ ਪੜ੍ਹੇ ਹੋਣਗੇ, ਹਨਾ, ਜਾਂ ਉਹਨਾਂ ਦੇ ਜਿਹੜੇ ਆਉਣ ਜਾਣ ਦੇ ਸਾਧਨ ਆ, ਕਾਰਾਂ ਬਣ ਗਏ, ਹਨਾ। ਹੁਣ ਤੁਹਾਨੂੰ ਉਸ ਵੇਲੇ ਜਿਹੜਾ ਆਪਣਾ ਤੁਹਾਨੂੰ ਫੇਸ ਕਰਕੇ ਯਾਦ ਫੜੇ ਹੱਕਣ ਵਾਲੀ ਗੱਲ ਜਾਂ ਜਿਹੜਾ ਹੁਣ ਬੱਚੇ ਆ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਇਹਦੇ ਬਾਰੇ? ਦੇਖੋ, ਮੈਂ ਇਹ ਮਹਿਸੂਸ ਕਰਦਾ ਕਿ ਸਮੇਂ ਦੀ ਚਾਲ ਨਾਲ ਬਦਲਾਅ ਤਾਂ ਆ ਹੀ ਜਾਂਦੀ। ਜੀ ਜੀ। ਜਦੋਂ ਘਰ ਦੇ ਵਿੱਚ ਗੁਰਬਤ ਹੁੰਦੀ ਹੈ ਤਾਂ ਮਿਹਨਤ ਕਰਨੀ ਜਿਹੜੀ ਆ ਉਹ ਲਾਜ਼ਮੀ ਹੋ ਜਾਂਦੀ। ਬਿਲਕੁਲ ਜੀ। ਜਿਹੜੇ ਨਹੀਂ ਮਿਹਨਤ ਕਰਦੇ ਉੱਥੇ ਰਹਿ ਜਾਂਦੇ, ਉਹ ਫਿਰ ਉੱਥੇ ਰਹਿ ਜਾਂਦੇ ਜਾਂ ਉਸ ਤੋਂ ਵੀ ਥੱਲੇ ਚਲੇ ਜਾਂਦੇ। ਬਿਲਕੁਲ ਜੀ, ਬਿਲਕੁਲ। ਪਰ ਜਿਵੇਂ ਜਿਵੇਂ ਖੁਸ਼ਹਾਲੀ ਆਉਂਦੀ ਹੈ, ਸਮਾਂ ਬਦਲਦਾ ਹੈ, ਤਾਂ ਉਹ ਘਰ ਦੇ ਹਾਲਾਤ ਬਦਲਦੇ ਨੇ, ਤਾਂ ਮਿਹਨਤ ਵਾਲੇ ਹਾਲਾਤ ਜਿਹੜੇ ਨੇ ਉਹ ਅਗਲੀਆਂ ਜਨਰੇਸ਼ਨਾਂ 'ਚ ਘਟ ਜਾਂਦੇ। ਪਰ ਸਾਨੂੰ ਥੋੜੀ ਜਿਹੀ ਇਸ ਗੱਲ ਦੀ ਖੁਸ਼ੀ ਇਸ ਕਰਕੇ ਰਹੀ ਕਿ ਜਿਵੇਂ ਅਸੀਂ ਵੱਡੇ ਹੋਏ ਜੀ, ਸਾਡੇ ਬੱਚੇ ਸਾਡੇ ਪਿਤਾ ਜੀ ਨੇ ਕਾਬੂ ਕਰ ਲਏ। ਅੱਛਾ ਜੀ। ਉਹਨਾਂ ਨੇ ਇਹ ਸੋਚਿਆ ਵੀ ਇਹਨਾਂ ਨੇ ਸਖਤੀ ਨਹੀਂ ਕਰਨੀ। ਜੀ ਜੀ। ਤੇ ਉਹਨਾਂ ਨੂੰ ਮਤਲਬ ਜਿਹੜਾ ਹੈ ਟ੍ਰੇਨਿੰਗ 10 ਸਾਲ ਤੱਕ। ਅੱਛਾ ਜੀ। ਮੈਸਾਂ ਵੀ ਮਤਲਬ ਸਾਰੇ ਬੱਚਿਆਂ ਨੂੰ, ਮਤਲਬ ਸਾਡੇ 3 ਭਾਈਆਂ ਦੇ ਬੱਚਿਆਂ ਨੂੰ ਮੈਸਾਂ ਗਾਈਆਂ ਚੋਣੀਆਂ। ਅੱਛਾ ਜੀ। ਔਰ ਕਿਤਾਬੇ ਕਰਨੇ, ਸਾਰੀ ਡਿਊਟੀ ਦਾ ਮਤਲਬ ਅੱਜ ਵੀ ਉਹਨਾਂ ਨੂੰ ਪਤਾ ਹੈ। ਔਰ ਮੈਨੂੰ ਮਾਣ ਹੈ ਇਸ ਗੱਲ ਤੇ ਕਿ ਮੇਰੇ ਦੋਨੇ ਬੇਟੇ ਡਾਕਟਰ। ਅੱਛਾ ਜੀ। ਦੋਨੇ ਬੇਟੇ ਆਰਮੀ 'ਚ ਗਏ। ਅੱਛਾ ਜੀ। ਔਰ ਆਪਣੇ ਸਿਰ ਤੇ ਗਏ। ਔਰ ਮੇਰੇ ਭਾਈ ਸਾਹਿਬ ਦੇ ਬੇਟਾ ਵੀ ਤੇ ਬੇਟੀ ਵੀ, ਉਹ ਵੀ ਇੱਕ ਡਾਕਟਰ ਬਣਿਆ, ਇੱਕ ਇੰਜੀਨੀਅਰ ਬਣਿਆ, ਔਰ ਟੌਪ ਜਿਹੜੀ ਹੈ ਉਹਨਾਂ ਨੇ ਕੁਆਲੀਫਿਕੇਸ਼ਨ ਲਈ। ਜੀ ਜੀ। ਸਾਡੇ ਵੱਡੇ ਭਾਈ ਸਾਹਿਬ ਦੀਆਂ ਬੇਟੀਆਂ ਦੋਨੇ ਜੀ ਜੀ ਡਾਕਟਰ ਬਣੀਆਂ, ਇੰਗਲੈਂਡ ਬਣੀਆਂ, ਔਰ ਅੱਜ ਵੀ ਉਹਨਾਂ ਦੀ ਇੰਟਰਵਿਊ BBC ਤੇ ਆਉਂਦੀ ਹੈ। ਇੰਨੀ ਮਤਲਬ ਕਾਬਲ ਹੈ ਬੇਟੀ ਸਾਡੀ। ਜੀ ਜੀ ਜੀ। ਸੋ ਐਸੀ ਗੱਲ ਨਹੀਂ, ਜੇ ਮਾਂ-ਬਾਪ ਧਿਆਨ ਦਿੰਦੇ ਆ ਤਾਂ ਹਾਲਾਤ ਚੰਗੇ ਵੀ ਹੋਣ, ਬੱਚਿਆਂ ਨੂੰ ਮਿਹਨਤ ਕਰਨੀ ਸਿਖਾਈ ਜਾਵੇ ਤਾਂ ਤੁਹਾਨੂੰ ਰਿਜ਼ਲਟ ਮਿਲਦਾ ਹੈ। ਅੱਗੇ ਪ੍ਰਮਾਤਮਾ ਜਾਣਦਾ ਅੱਗੋਂ ਉਹਨਾਂ ਦੇ ਬੱਚੇ ਕੀ ਕਰਨਗੇ, ਲੇਕਿਨ ਸਾਡਾ ਜਿਹੜਾ ਤੀਜਾ ਪੂਰ ਹੈ ਉਹ ਸਹੀ ਚੱਲ ਰਿਹਾ। ਠੀਕ ਹੈ ਜੀ। ਬੜੀ ਅੱਜ ਕੱਲ੍ਹ ਦਾ ਜ਼ਮਾਨਾ ਇੱਦਾਂ ਚੱਲਦਾ, ਉਹ 'ਚ ਤਾਂ ਇਹ ਬੜੀ ਖੁਸ਼ਕਿਸਮਤੀ ਹੁੰਦੀ ਹੈ ਜੇ ਬੱਚੇ ਲਾਇਕ ਨਿਕਲਣ। ਜੀ ਮਤਲਬ ਤੁਹਾਡੀ ਜਦੋਂ ਆਪਾਂ ਕਹਿ ਲਈਏ ਕਿ ਜਿਹੜੀ ਗੁੱਡੀ ਆ ਸੱਚੀ ਜਿਹੜੀ ਹੋਈ ਆ, ਕਾਫੀ ਤੁਰ ਕੇ ਵੀ ਮਾਰਨੇ ਪਏ। ਹੁਣ ਤੁਸੀਂ ਇਹ ਦੱਸਿਓ, ਹੁਣ ਵੀ ਤੁਸੀਂ ਖੇਤੀ ਵਾਲੇ ਪਰਿਵਾਰ ਵਿੱਚੋਂ ਸੀਗੇ, ਖੇਤੀ ਕਰਦੇ ਸੀਗੇ, ਫਿਰ ਤੁਸੀਂ ਇਹ ਜਿਹੜਾ ਆਹ ਬਣੇ ਆ ਪ੍ਰਧਾਨ ਆੜਤੀ ਐਸੋਸੀਏਸ਼ਨ ਦੇ, ਇਸ ਪਾਸੇ ਨੂੰ ਕਿਵੇਂ ਤੁਰੇ ਜੀ? ਆੜਤ ਵੱਲ ਨੂੰ ਕਿਵੇਂ ਤੁਰੇ ਜਾਂ ਐਸੋਸੀਏਸ਼ਨ ਪ੍ਰਧਾਨਗੀ ਵੱਲ ਨੂੰ ਕਿਵੇਂ ਤੁਰੇ ਜੀ? ਇਸ ਤਰ੍ਹਾਂ ਸੀ ਕਿ ਅਸੀਂ 3 ਭਰਾ ਹੀ ਗ੍ਰੈਜੂਏਟ ਸੀਗੇ ਜੀ। ਸਾਡੀ ਭੈਣ ਵੀ ਗ੍ਰੈਜੂਏਟ ਸੀ ਜੀ। ਮੇਰੇ ਵੱਡੇ ਭਾਈ ਸਾਹਿਬ ਬਹੁਤ ਹੀ ਇੰਟੈਲੀਜੈਂਟ ਸੀ। ਅੱਛਾ ਜੀ। ਉਹ ਪੁਲਿਸ ਦੇ ਵਿੱਚ ਡਾਇਰੈਕਟ ਭਰਤੀ DSP ਹੋਏ ਜੀ। ਔਰ ਉਹਨਾਂ ਨੇ ਸਾਰੀ ਸਰਵਿਸ ਬੜੀ ਇਮਾਨਦਾਰੀ ਨਾਲ ਕੀਤੀ। ਜੀ ਜੀ। ਜਿਹੜੇ ਸਾਡੇ ਵਿਚਕਾਰਲੇ ਭਾਈ ਸੀ ਉਹ ਮੇਰੇ ਨਾਲੋਂ ਟਫ ਸੀਗੇ ਖੇਤੀ 'ਚ। ਅੱਛਾ ਜੀ। ਪਿਤਾ ਜੀ ਸਾਡੇ ਚਾਹੁੰਦੇ ਸੀ ਵੀ ਉਹ ਖੇਤੀ 'ਚ ਰਹੇ ਜੀ, ਤੇ ਮੈਂ ਮਤਲਬ ਜਿਹੜਾ ਹੈਗਾ ਜੌਬ 'ਚ ਚਲਾ ਜਾਵਾਂ। ਜੀ ਜੀ ਜੀ। ਲੇਕਿਨ ਇਤਫਾਕ ਐਸਾ ਹੋਇਆ ਕਿ ਉਹ ਨਾ ਬੜੇ ਅੱਛੇ ਖਿਡਾਰੀ ਸੀ, ਨੈਸ਼ਨਲ ਲੈਵਲ ਦੇ ਬਾਕਸਰ ਸੀਗੇ। ਅੱਛਾ। ਤੇ ਉਹਨਾਂ ਨੂੰ ਫਿਰ ਮਤਲਬ ਜਦੋਂ ਉਹ ਨੈਸ਼ਨਲ ਯੂਨੀਵਰਸਿਟੀ ਦੇ 3 ਵਾਰ ਗੋਲਡ ਮੈਡਲਿਸਟ ਰਹੇ, ਪੰਜਾਬ ਦੇ ਤਕਰੀਬਨ 4 ਵਾਰ ਗੋਲਡ ਮੈਡਲਿਸਟ ਰਹੇ, ਔਰ ਨੈਸ਼ਨਲ ਦੇ ਵਿੱਚੋਂ 1 ਵਾਰ ਬ੍ਰੌਂਜ਼ ਰਹੇ ਔਰ ਫਿਰ ਸਿਲਵਰ ਰਹੇ। ਏਸ਼ੀਆ 'ਚ ਵੀ ਉਹ ਸਿਲੈਕਟ ਹੋ ਗਏ ਸੀ। ਜੀ ਜੀ। ਉਹਨਾਂ ਨੂੰ ਫਿਰ ਖੇਡਣ ਕਰਕੇ ਜੌਬ ਮਿਲ ਗਈ ਗ੍ਰੈਜੂਏਸ਼ਨ ਕਰਨ ਸਾਰ ਹੀ। ਅੱਛਾ ਜੀ। ਜੌਬ ਮਿਲ ਗਈ ਤਾਂ ਜੌਬ ਉਹਨਾਂ ਦੀ ਜਿਹੜੀ ਸੀ ਬਿਜਲੀ ਬੋਰਡ ਦੀ ਸੀ, ਉਹ ਲੋਕਲ ਵਾਂਗੂ ਸੀ। ਤੇ ਬਾਪੂ ਜੀ ਨੇ ਕਿਹਾ ਵੀ ਨਹੀਂ ਇਹਨੂੰ ਜੌਬ ਕਰਨ ਦਿਓ, ਤੇ ਮੈਨੂੰ ਫਿਰ ਜਿਹੜੀ ਆ ਡਿਊਟੀ ਲੱਗੀ ਵੀ ਚਲੋ ਕੰਮਕਾਰ ਵੀ ਐਡਾ ਵੱਡਾ ਤੈਨੂੰ ਸੰਭਾਲੋ। ਜੀ ਜੀ। ਮੈਨੂੰ ਫਿਰ ਐਂ ਲੱਗਿਆ ਵੀ ਕੱਲੀ ਖੇਤੀ ਜਿਹੜੀ ਹੈ ਨਾ
ਅੱਛਾ ਜੀ। ਇਹ ਸਮੇਂ ਦਾ ਪਰਿਵਰਤਨ ਹੁੰਦਾ ਹੈ ਬਈ ਉਵੇਂ ਹੀ ਮੜਾਸਾ ਮੰਨ ਕੇ ਇਸ ਟਰੈਕਟਰ ਦੇ ਉੱਤੇ ਜਿਹੜਾ ਜਾਣ ਆਉਣ ਸਾਨੂੰ ਚੰਗਾ ਥੋੜਾ ਬਹੁਤ ਲੱਗਦਾ ਕਿ ਅਸੀਂ ਕੋਈ ਦੂਜੇ ਮਤਲਬ ਜਿਹੜੇ ਕਾਮਯਾਬ ਲੋਕ ਨੇ ਉਹਨਾਂ ਵਾਂਗੂ ਕੰਮ ਕਰੀਏ। ਸਾਡੇ ਸੁਨਾਮ ਉਦੋਂ ਇਸ ਵੇਲੇ ਇੱਕ ਸਾਡੇ ਪਰਿਵਾਰ ਨੇ MLA ਸਾਹਿਬ ਗੁਰਦਿਆਲ ਸਿੰਘ ਸੀਗੇ ਉੱਥੋਂ, ਤੇ ਉਹਨਾਂ ਨੇ ਆੜਤ ਦਾ ਕੰਮ ਕੀਤਾ ਸੀ। ਅੱਛਾ ਜੀ। ਉਹ ਸਾਡੇ ਆੜਤੀ ਹੁੰਦੇ ਸੀ, ਉਸ ਤੋਂ ਪਹਿਲਾਂ ਸਾਡੇ ਆੜਤੀ ਮਹਾਜਨ ਹੁੰਦੇ ਸੀ। ਜੀ ਜੀ। ਉਹਨਾਂ ਨੇ ਆੜਤ ਦਾ ਕੰਮ ਕੀਤਾ ਤੇ ਬਾਪੂ ਜੀ ਨੂੰ ਦੇਖਦੇ ਦੇਖਦੇ ਇਹ ਲੱਗਿਆ ਕਿ ਆਪਾਂ ਵੀ ਆੜਤ ਦਾ ਕੰਮ ਕਰ ਸਕਦੇ ਹਾਂ। ਜੀ ਜੀ। ਤੇ ਉਹਨਾਂ ਨੇ ਕਿਹਾ ਵੀ ਨਾਲ ਆੜਤ ਦਾ ਕੰਮ ਜਿਹੜਾ ਹੈਗਾ ਉਹ ਕਰ ਲਓ। ਮੈਨੂੰ ਵੀ ਇਹ ਸੀਗਾ, ਔਰ ਆੜਤ ਦੇ ਕੰਮ ਦੇ ਵਿੱਚ ਜਿਹੜਾ ਹੈਗਾ ਸਾਨੂੰ ਬਹੁਤ ਚੰਗਾ ਪਿਆਰ ਜਿਹੜਾ ਆਪਣੀ ਸੁਸਾਇਟੀ ਚੋਂ ਮਿਲਿਆ। ਜਿੰਨੇ ਬਾਪੂ ਜੀ ਦੇ ਦੋਸਤ ਸੀਗੇ, ਜਿੰਨੇ ਮਤਲਬ ਸਾਡੇ ਬਰਾਦਰ ਸੀਗੇ, ਉਹਨਾਂ ਸਾਰਿਆਂ ਨੇ ਬੜਾ ਸਹਿਯੋਗ ਕੀਤਾ। ਹਾਲਾਂਕਿ ਉਦੋਂ ਹਾਲਾਤ ਇਸ ਤਰ੍ਹਾਂ ਦੇ ਨਹੀਂ ਸੀਗੇ ਕਿ ਅਸੀਂ ਸ਼ਾਹੂਕਾਰਾਂ ਦੇ ਬਰਾਬਰ ਐਡਵਾਂਸ ਕਰ ਸਕਦੇ, ਜੀ ਜੀ ਜੀ, ਪਰ ਬਹੁਤ ਸਾਰੇ ਲੋਕਾਂ ਨੇ ਮਤਲਬ ਸਾਨੂੰ ਸਾਥ ਦਿੱਤਾ। ਬਾਪੂ ਜੀ ਦੇ ਬਹੁਤ ਸਾਥੀ ਅੱਜ ਵੀ ਅਸੀਂ ਤੀਜੀ ਪੀੜ੍ਹੀ 'ਚ ਉਹਨਾਂ ਨਾਲ ਨਿਭਦੇ ਹਾਂ, ਉਹਨਾਂ ਨੇ ਉਸ ਵੇਲੇ ਬਹੁਤ ਸਾਥ ਦਿੱਤਾ। ਫਿਰ ਉਸ ਤੋਂ ਬਾਅਦ ਆੜਤ ਦੇ ਵਿੱਚ ਜਦੋਂ ਮੈਂ ਆਇਆ ਤੇ ਮੇਰੀ ਐਜੂਕੇਸ਼ਨ ਅੱਛੀ ਸੀ। ਆਮ ਤੌਰ ਤੇ ਆੜਤੀਆਂ ਦੇ ਵਿੱਚ ਜਿਹੜੇ ਸਾਡੇ ਪੁਰਾਣੇ ਮਹਾਜਨ ਸੀ, ਇਹਨਾਂ ਦੀ ਐਜੂਕੇਸ਼ਨ ਬਹੁਤ ਘੱਟ ਸੀ। ਹਾਂਜੀ ਹਾਂਜੀ। ਤਾਂ ਸਾਡੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਮੀਟਿੰਗ ਜਦੋਂ ਮੈਨੂੰ ਬੋਲਦਿਆਂ ਸੁਣਿਆ, ਉਹਨਾਂ ਨੇ ਪਹਿਲੇ ਸਾਲ ਹੀ ਮੈਨੂੰ ਆਪਣਾ ਸੈਕਟਰੀ ਜਨਰਲ ਬਣਾ ਲਿਆ ਮੰਡੀ 'ਚ। ਅੱਛਾ ਜੀ। ਅਗਲੇ ਸਾਲ ਸਾਡੀ ਪੰਜਾਬ ਦੀ ਬੋਡੀ ਬਣੀ ਤੇ ਮੈਂ ਜਦੋਂ ਜਾ ਕੇ ਉੱਥੇ ਕੋਈ 2-4 ਸੁਝਾਅ ਰੱਖੇ ਤਾਂ ਸਾਡੇ ਬਾਲ ਕ੍ਰਿਸ਼ਨ ਸਿੰਗਲਾ ਪ੍ਰਧਾਨ ਸੀਗੇ, ਉਹਨਾਂ ਨੇ ਮੈਨੂੰ ਨਾਮ ਲੈ ਕੇ ਕਿਹਾ ਵੀ ਇਹ ਨੌਜਵਾਨ ਹੈ। ਮੇਰੀ ਉਮਰ ਉਸ ਵੇਲੇ 25 ਸਾਲ ਦੀ ਸੀਗੀ। ਅੱਛਾ ਜੀ। ਤੇ ਉਹ ਕਹਿਣ ਲੱਗੇ ਵੀ ਇਹ ਨੌਜਵਾਨ 'ਚ ਲੱਗਦਾ ਕੋਈ ਗੱਲ ਹੋਏਗੀ, ਕਣ ਹੈ ਕੋਈ। ਹਾਂ, ਉਹਨਾਂ ਨੇ ਮੈਨੂੰ ਸੂਬੇ ਦਾ ਸੈਕਟਰੀ ਲੈ ਲਿਆ। ਅੱਛਾ ਜੀ। ਔਰ ਉਸ ਤੋਂ ਬਾਅਦ ਫਿਰ ਮੈਂ ਵਾਈਸ ਪ੍ਰਧਾਨ ਬਣਿਆ ਸੂਬੇ ਦਾ, ਫਿਰ ਪ੍ਰਧਾਨ ਬਣਿਆ। ਤਾਂ ਪ੍ਰਧਾਨ ਬਣ ਕੇ ਮਤਲਬ ਜਿਹੜੀ ਹੈ ਉਹਦੇ ਵਿੱਚ ਸਾਨੂੰ ਮੁਸ਼ਕਲ ਆ ਗਈ ਇੱਕ। ਮੇਰੀ ਪ੍ਰਧਾਨਗੀ 'ਚ 2006 'ਚ ਸਿੱਧੀ ਅਦਾਇਗੀ ਦਾ ਇੱਕ ਰੌਲਾ ਪੈ ਗਿਆ। ਹਾਈ ਕੋਰਟ 'ਚ ਇੱਕ ਕੇਸ ਚਲਾ ਗਿਆ ਕਿ ਕਿਸਾਨ ਚਾਹੁੰਦੇ ਆ ਜੀ ਸਿੱਧੀ ਅਦਾਇਗੀ ਲੈਣੀ ਹੈ, ਹਾਲਾਂਕਿ ਕਿਸਾਨ ਨਹੀਂ ਸੀ ਚਾਹੁੰਦੇ। ਉਹ ਕੁਝ ਲੋਕਾਂ ਨੇ ਸ਼ਰਾਰਤ ਨਾਲ ਰਿਟ ਪਵਾਈ ਤੇ ਕੈਪਟਨ ਸਾਹਿਬ ਨੇ ਉਹਦੇ ਉੱਤੇ ਫੈਸਲਾ ਕਰ ਦਿੱਤਾ ਕਿ ਜਿਹੜੀ ਅਦਾਇਗੀ ਦੀ ਨੋਟੀਫਿਕੇਸ਼ਨ ਜਿਹੜੀ ਆ ਉਹਨਾਂ ਨੇ ਕਰਤੀ। ਹਾਂਜੀ ਹਾਂਜੀ। 7 ਦੀਆਂ ਇਲੈਕਸ਼ਨਾਂ ਜਿਹੜੀਆਂ ਅਸੀਂ ਆਉਣ ਵਾਲੀਆਂ ਸੀ, ਸਾਡੀ ਸੰਸਥਾ ਸਾਰੀ ਕਹਿਣ ਲੱਗੀ ਵੀ ਇਸ ਨੋਟੀਫਿਕੇਸ਼ਨ ਨਾਲ ਸਾਡਾ ਰਿਲੇਸ਼ਨ ਜਿਹੜਾ ਕਿਸਾਨਾਂ ਆੜਤੀਆਂ ਦਾ ਇਹ ਟੁੱਟ ਸਕਦਾ। ਬਿਲਕੁਲ ਜੀ, ਬਿਲਕੁਲ। ਸੋ ਉਦੋਂ ਫਿਰ ਅਸੀਂ ਥੋੜਾ ਜਿਹਾ ਕਿਉਂਕਿ 2 ਪੋਲੀਟੀਕਲ ਪਾਰਟੀਆਂ ਸੀ, ਇਹਨਾਂ ਨੇ ਨੋਟੀਫਿਕੇਸ਼ਨ ਕੀਤੀ ਸੀ। ਬਾਦਲ ਸਾਹਿਬ ਜਿਹੜੇ ਸੀ ਉਹ ਉਸ ਵੇਲੇ ਵਿਰੋਧੀ ਧਿਰ 'ਚ ਸੀ। ਅਸੀਂ ਬਾਦਲ ਸਾਹਿਬ ਨੂੰ ਜਾ ਕੇ ਮਿਲੇ ਵੀ ਦੇਖੋ ਇਹ ਕੈਪਟਨ ਸਾਹਿਬ ਨੇ ਇਸ ਤਰ੍ਹਾਂ ਦੀ ਨੋਟੀਫਿਕੇਸ਼ਨ ਕੀਤੀ ਹੈ, ਤੁਸੀਂ ਹੋ ਖੁਦ ਕਿਸਾਨ, ਤੁਸੀਂ ਦੱਸੋ ਵੀ ਆੜਤੀ ਜਿਹੜਾ ਐਡਵਾਂਸ ਪੈਸੇ ਦਿੰਦਾ ਹੈ, ਜੇ ਉਹਨੂੰ ਉਹ ਪੈਸੇ ਕੱਟਣ ਦੀ ਜਿਹੜੀ ਹੈ ਉਹ ਇਜਾਜ਼ਤ ਨਹੀਂ ਹੋਏਗੀ ਤੇ ਕੰਮ ਚੱਲੇਗਾ ਕਿਵੇਂ? ਜੀ ਜੀ। ਉਹਨਾਂ ਨੂੰ ਬੜੀ ਛੇਤੀ ਗੱਲ ਸਮਝ ਆ ਗਈ। ਹਾਂਜੀ ਹਾਂਜੀ। ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਪ੍ਰਧਾਨ ਜੀ, ਤੁਸੀਂ ਇਸ ਤਰ੍ਹਾਂ ਕਰੋ, ਇਹਨਾਂ ਇਲੈਕਸ਼ਨਾਂ 'ਚ ਤੁਹਾਡੀ ਸੰਸਥਾ ਨੂੰ ਕਹੋ ਸਾਡੀ ਮਦਦ ਕਰਨ। ਜੇ ਸਾਡੀ ਸਰਕਾਰ ਆਏਗੀ ਤਾਂ ਅਸੀਂ ਕਿਸਾਨਾਂ ਆੜਤੀਆਂ ਨੂੰ ਬਿਠਾ ਕੇ ਜਿਹੜਾ ਹੈਗਾ ਇਹਦਾ ਕੋਈ ਹੱਲ ਕੱਢਾਂਗੇ। ਜੀ ਜੀ। ਔਰ ਵਾਕਿਆ ਉਹਨਾਂ ਨੂੰ ਬੜਾ ਵੱਡਾ ਬਹੁਮਤ ਮਿਲਿਆ 2007 ਦੇ ਵਿੱਚ। ਜੀ ਜੀ। ਤੇ ਬਾਦਲ ਸਾਹਿਬ ਬਹੁਤ ਹੀ ਮੈਂ ਸਮਝਦਾ ਲੋਕ ਨਾਇਕ ਪੋਲੀਟੀਕਲ ਨੇ, ਇੱਕ ਰਾਜਨੀਤਿਕ ਨੇਤਾ ਨੇ। ਬੜਾ ਪਕਾਉਂਦੇ ਸੀਗੇ, ਜੋ ਕੀਤਾ ਪਕਾਉਂਦੇ ਸੀਗੇ। ਔਰ ਸਾਨੂੰ ਸਾਰਿਆਂ ਨਾਲੋਂ ਪਹਿਲਾਂ 2007 'ਚ ਸਾਡੀ ਸੰਸਥਾ ਨੂੰ ਬੁਲਾਇਆ। ਚੀਮਾ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਆ ਆੜਤੀਆਂ ਵਾਲੀ ਵੀ ਸਿੱਧੀ ਅਦਾਇਗੀ ਵਾਲੀ, ਇਹ ਗੱਲ ਹੁਣ ਵੀ ਚੱਲਦੀ ਆ। ਹਾਂਜੀ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ, ਤੁਹਾਡੀ ਐਸੋਸੀਏਸ਼ਨ ਜਾਂ ਤੁਸੀਂ ਨਿੱਜੀ ਤੌਰ ਤੇ? ਦੇਖੋ, ਮੈਂ ਇਹ ਦੇਖਦਾ ਕਿ ਕਿਸਾਨ ਤੇ ਆੜਤੀ ਦਾ ਜਿਹੜਾ ਰਿਸ਼ਤਾ ਹੈ ਬਹੁਤ ਪਿਆਰਾ ਹੈ। ਮਤਲਬ ਜਿਹੜਾ ਲੋਕਾਂ ਨੂੰ ਸਮਝ ਲੱਗ ਜਾਏ ਇਹ ਗੱਲ ਦੀ, ਹੈ ਨਾ? ਹਾਂ, ਇਹਦੇ ਵਿੱਚ ਆਮ ਲੋਕ ਜਿਹੜੇ ਨੇ, ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਜੀ, ਲੇਕਿਨ ਕੁਝ ਲੋਕ ਕਿਤਾਬਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖ ਕੇ ਵੀ ਜਿਵੇਂ ਕੁਝ ਸਮੇਂ 'ਚ ਕੋਈ ਜ਼ਿਆਦਤੀਆਂ ਕਿਸਾਨਾਂ ਨਾਲ ਹੋਈਆਂ ਹੋਣਗੀਆਂ। ਜੀ ਜੀ ਜੀ। ਜਿਵੇਂ ਉਹ ਹੈਂਡਫੁੱਲ ਆਫ ਵੀਟ ਦੀ ਕਹਾਣੀ ਆਪਾਂ ਸੁਣਦੇ ਸਰ, ਛੋਟੂ ਰਾਮ ਦੀਆਂ ਕਹਾਣੀਆਂ ਸੁਣਦੇ, ਤਾਂ ਉਹਨਾਂ ਕਹਾਣੀਆਂ ਨੂੰ ਅੱਗੇ ਵਧਾਉਂਦੇ ਆ। ਅੱਜ ਅਗਰ ਉਹਨੂੰ ਦੁਹਰਾਇਆ ਜਾਵੇ, ਹਾਲਾਤ ਬਦਲ ਗਏ। ਅੱਜ ਜੱਟ ਤੇ ਆੜਤੀ ਜਿਹੜਾ ਹੈ ਉਹ ਭਰਾ ਵਾਂਗੂ ਵਰਤਦੇ ਆ, ਰਿਸ਼ਤੇਦਾਰੀਆਂ 'ਚ ਵਰਤਦੇ ਆ। ਆੜਤੀਆਂ ਦੇ ਜੇ ਘਰ ਦਾ ਵਿਆਹ ਹੋਵੇ ਤਾਂ ਉਹਦੇ ਕਿਸਾਨ ਸਾਰੇ ਹੁੰਦੇ, ਔਰ ਜਿਸ ਕਿਸਾਨ ਦਾ ਵਿਆਹ ਦੁੱਖ ਸੁੱਖ ਹੁੰਦਾ ਹੈ ਆੜਤੀ ਜ਼ਰੂਰ ਪਹੁੰਚਦਾ, ਕੋਈ ਪਹੁੰਚੇ ਨਾ ਪਹੁੰਚੇ। ਇਹ ਪਰਿਵਾਰਕ ਸੰਬੰਧ ਬਣ ਗਏ। ਤੁਹਾਡੀ ਗੱਲ ਠੀਕ ਹੈ ਜੀ। ਸੋ ਇਹ ਜਿਹੜੀ ਮਤਲਬ ਚੱਲ ਰਹੀ ਹੈ ਇਹ ਬਹੁਤ ਮੰਦਭਾਗੀ ਹੈ। ਪੰਜਾਬ ਦੇ ਵਿੱਚ ਜੋ ਆੜਤੀ ਸਿਸਟਮ ਹੈ ਇਹ ਦੇਸ਼ ਦਾ ਬੈਸਟ ਸਿਸਟਮ ਹੈ। ਅਗਰ MSP ਇੱਥੇ ਸਾਨੂੰ ਮਿਲਦੀ ਹੈ ਤਾਂ ਇਸੇ ਆੜਤੀ ਕਿਸਾਨ ਸਿਸਟਮ ਕਰਕੇ ਮਿਲਦੀ।
ਜਿਨ੍ਹਾਂ ਸੂਬਿਆਂ 'ਚ ਆੜ੍ਹਤੀ ਇਹਨਾਂ ਨੇ ਨਹੀਂ ਬਣਾਏ, ਉੱਥੇ ਇਸੇ ਕਰਕੇ ਅੱਜ ਕਿਸਾਨ ਜਿਹੜਾ ਹੈਗਾ ਉਹ 2-2 3-300 ਰੁਪਏ ਥੱਲੇ ਮਾਲ ਵੇਚਦਾ ਹੈ। ਪਰ ਮੈਨੂੰ ਇੱਕ ਗੱਲ ਦਾ ਯਕੀਨ ਹੈ ਕਿ ਸਰਕਾਰਾਂ ਨੇ ਜਿੰਨਾ ਮਰਜ਼ੀ ਇਹ ਜਿਹੜੇ ਬਿਊਰੋਕਰੇਟ ਨੇ, ਵੱਡੀਆਂ ਕੰਪਨੀਆਂ ਜ਼ੋਰ ਲਾ ਲੈਣ, ਲੇਕਿਨ ਇਹ ਸਫਲ ਨਹੀਂ ਹੋਣਗੀਆਂ। ਆੜ੍ਹਤੀ ਕਿਸਾਨ ਰਿਸ਼ਤਾ ਮਤਲਬ ਕਿਸੇ ਕਾਨੂੰਨ ਦਾ ਨਹੀਂ ਬੰਨਿਆ, ਇਹ ਹੁਣ ਸਮਾਜਿਕ ਤੌਰ ਤੇ ਬੰਨਿਆ ਹੋਇਆ ਰਿਸ਼ਤਾ ਹੈ। ਇਹ ਜਿਹੜਾ ਤੁਸੀਂ ਆਪਾਂ ਕਿਸਾਨ ਅੰਦੋਲਨ ਬਾਰੇ ਗੱਲ ਕਰ ਲਈਏ, ਟੋਟਲੀ ਤੌਰ ਤੇ ਜੋ ਕਿਸਾਨ ਮੰਗ ਰਹੇ ਆ, ਜੋ ਸਰਕਾਰ ਦੇਣ ਨੂੰ ਤਿਆਰ ਨਹੀਂ, ਦੇਣ ਨੂੰ ਤਿਆਰ, ਤੁਸੀਂ ਇਹਦੇ ਬਾਰੇ, ਤੁਸੀਂ ਕਿਸਾਨ ਵੀ ਹੋ, ਹਾਂਜੀ, ਫਿਰ ਮੈਂ ਇਹ ਵੀ ਕੱਲਾ ਆੜ੍ਹਤੀ ਦਾ ਵੀ ਕਰਦੇ ਹੋ, ਤੁਸੀਂ ਲੀਡਰ ਵੀ ਹੋ, ਹਾਂਜੀ, ਤੁਸੀਂ ਮਤਲਬ ਸਿਆਸਤ ਪੱਖੋਂ ਵੀ, ਕਿਸਾਨ ਪੱਖੋਂ ਵੀ, ਆੜ੍ਹਤੀ ਪੱਖੋਂ ਵੀ, ਤਿੰਨਾਂ ਐਂਗਲਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ ਕਿ ਜਿੱਥੋਂ ਤੱਕ ਕਿਸਾਨ ਅੰਦੋਲਨ ਦੀ ਗੱਲ ਹੈ, ਮੈਂ ਸਮਝਦਾ ਕਿ ਇੱਕ ਸਮਾਂ ਹੁੰਦਾ ਹੈ ਜਦੋਂ ਕੋਈ ਜਾਗਰਤੀ ਆਉਂਦੀ ਹੈ, ਕੋਈ ਮੂਵਮੈਂਟ ਬਣਦੀ ਹੈ, ਲੋਕ ਮਤਲਬ ਜੋ ਮੁਸ਼ਕਲਾਂ ਨੇ, ਜੋ ਗੁਲਾਮੀਆਂ ਨੇ, ਉਹਨੂੰ ਤੋੜਨਾ ਚਾਹੁੰਦੇ। ਜੀ ਜੀ ਜੀ। ਕਿਸਾਨ ਜਿਹੜਾ ਹੈ ਇਸ ਵੇਲੇ ਬਹੁਤ ਜ਼ਿਆਦਾ ਮੁਸ਼ਕਲਾਂ 'ਚ ਘਿਰਿਆ ਹੋਇਆ। ਬਿਲਕੁਲ ਜੀ। ਅਸੀਂ ਦੇਖਦੇ ਹਾਂ ਕਿ ਸਾਡੇ ਬਜ਼ੁਰਗ ਧਨ ਸੀਗੇ ਜਿਨ੍ਹਾਂ ਨੇ 7 ਕਿੱਲਿਆਂ ਤੋਂ 60 ਕਿੱਲੇ ਬਣਾ ਲਏ। ਜੀ ਜੀ ਜੀ। ਅਸੀਂ ਉਹਨਾਂ ਤੋਂ ਬਾਅਦ ਮਤਲਬ ਹਾਲਾਂਕਿ ਵਪਾਰ ਵੀ ਕਰਨ ਲੱਗ ਗਏ, ਜੀ ਜੀ, ਅਸੀਂ ਮਸਾਂ 20 ਕਿੱਲੇ ਜੋੜੇ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਖੇਤੀ ਜਿਹੜੀ ਹੈ ਇਹ ਮਤਲਬ ਜੇ ਘਰ ਦੀ ਜ਼ਮੀਨ ਵਾਲਾ ਬੰਦਾ ਵੀ ਹੋਵੇ ਨਾ, ਤਾਂ ਇਹ ਮਤਲਬ ਆਪਣਾ ਜਿਹੜਾ ਹੈ ਬਹੁਤ ਧਿਆਨ ਨਾਲ ਕਰਕੇ ਬੰਦਾ ਇਹ 'ਚ ਆਪਣਾ ਟਾਈਮ ਪਾਸ ਕਰਦਾ। ਜੀ ਜੀ। ਪਰ ਕਿਸਾਨਾਂ ਨਾਲ ਜਿਹੜਾ ਇਹ ਧੱਕਾ ਹੋਣ ਜਾ ਰਿਹਾ ਸੀਗਾ, ਵੱਡੀਆਂ ਕੰਪਨੀਆਂ ਦੇ ਇਸ਼ਾਰੇ ਤੇ, ਜਾਂ ਸਰਕਾਰ MSP ਤੋਂ ਭੱਜਣਾ ਚਾਹੁੰਦੀ ਸੀ, ਇਹ ਪਰਮਾਤਮਾ ਨੇ ਕੋਈ ਕਿਰਪਾ ਕੀਤੀ ਜੀ। ਜੀ ਜੀ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੋਈ ਕਿਰਪਾ ਕੀਤੀ ਕਿ ਕਿਸਾਨਾਂ ਦੇ ਜਿਹੜੇ ਨੇਤਾ ਸੀਗੇ ਇਹਨਾਂ ਨੂੰ ਸਮੱਤ ਆਈ ਔਰ ਪੰਜਾਬ ਦੇ ਸਾਰੇ ਬਿਖਰੇ ਕਿਸਾਨ ਨੇਤਾ ਇੱਕ ਹੋ ਗਏ। ਬਿਲਕੁਲ ਜੀ, ਬਿਲਕੁਲ। ਇੱਕ ਹੋ ਕੇ ਜੋ ਮੁਹਿੰਮ ਚੱਲੀ ਔਰ ਉਹਨੂੰ ਜੋ ਪਿਆਰ ਅੰਤਰਰਾਸ਼ਟਰੀ ਪੱਧਰ ਤੇ, ਖਾਸ ਤੌਰ ਤੇ ਪੰਜਾਬੀ ਭਾਈਚਾਰੇ ਔਰ ਹਿੰਦੁਸਤਾਨੀ ਭਾਈਚਾਰੇ ਨੇ ਦਿੱਤਾ, ਉਹਨੇ ਇਹਦੀ ਸ਼ਾਨ ਬਣਾ ਦਿੱਤੀ ਕਿਸਾਨ ਅੰਦੋਲਨ ਦੀ। ਇਹ ਦੁਨੀਆ ਦੇ ਇਤਿਹਾਸ ਵਿੱਚ ਜਿੱਥੇ ਫਰਾਂਸ ਦੀ ਜਿਹੜੀ ਹੈ ਆਪਾਂ ਗੱਲ ਕਰਦੇ ਹਾਂ ਰੈਵੋਲੂਸ਼ਨ ਦੀ, ਇਹ ਇਸ ਤਰ੍ਹਾਂ ਦਾ ਰੈਵੋਲੂਸ਼ਨ ਹੋਏਗਾ, ਇਹਦੀ ਸ਼ੁਰੂਆਤ ਹੋ ਗਈ। ਮੈਨੂੰ ਲੱਗਦਾ ਜਿਹੜਾ ਆਉਣ ਵਾਲਾ ਰਾਜਨੀਤਿਕ ਸਮਾਂ ਉਹਦੇ 'ਚ ਕਿਸਾਨ ਲੋਕਾਂ ਦੀ ਜਿਹੜੀ ਪੁੱਛ ਹੈ ਉਹ ਅੱਜ ਤੋਂ ਡਬਲ ਹੋ ਜਾਏਗੀ। ਹਰ ਸਿਆਸੀ ਪਾਰਟੀ ਕਿਸਾਨਾਂ ਨੂੰ ਪੁੱਛਿਆ ਕਰੇਗੀ ਕਿ ਤੁਸੀਂ ਭਾਈ ਇਸ ਵਾਰ ਦੱਸੋ ਤੁਹਾਡੀਆਂ ਕੀ ਮੰਗਾਂ ਨੇ, ਸਾਡੀ ਪਾਰਟੀ ਪੂਰੀਆਂ ਕਰੇਗੀ, ਪਰਮਾਤਮਾ ਕਰੇਗਾ, ਇਹ ਸਫਲ ਹੋਣਗੇ ਜੀ। ਮਤਲਬ ਇਸ ਵੇਲੇ ਦੇਖੋ ਦੋਨੇ ਧਿਰਾਂ ਅੜੀਆਂ ਬੈਠੀਆਂ, ਕਿਸਾਨ ਕਹਿੰਦੇ ਆ ਵੀ ਬਿਲਕੁਲ ਵਾਪਸ ਲੈ ਲਓ, ਉਹਨਾਂ ਨੇ ਅਦਬ ਚੱਦੀ ਜੀ ਗੱਲ ਕਰਤੀ। ਤੁਸੀਂ ਨਿਰਪੱਖ ਤੌਰ ਤੇ ਕੀ ਸੋਚਦੇ ਹੋ ਕਿ ਕਿਸਾਨਾਂ ਨੂੰ ਕੋਈ ਸਮਝੌਤਾ ਕਰਨਾ ਚਾਹੀਦਾ ਜਾਂ ਕਾਨੂੰਨ ਵਾਪਸ ਕਰਨਾ ਹੀ ਹੱਲ ਆ? ਨਹੀਂ, ਦੇਖੋ ਮੇਰਾ ਆਪਣਾ ਵਿਚਾਰ ਇਹ ਹੈ ਕਿ 3 ਕਾਨੂੰਨ ਸੀਗੇ ਜੀ ਜੀ। ਜਿਸ ਵੇਲੇ 3 ਕਾਨੂੰਨ ਆਏ ਸੀ, ਇਹਨਾਂ 'ਚ ਵੱਡੀ ਜਿਹੜੀ ਮਤਲਬ ਡਰ ਵਾਲੀ ਗੱਲ ਸੀ ਉਹ ਇਹ ਸੀ ਕਿ ਸਰਕਾਰ MSP ਤੋਂ ਪਿੱਛੇ ਹਟ ਜਾਏਗੀ। ਜੀ ਜੀ। ਕੁਝ ਹੱਦ ਤੱਕ ਉਹ ਚੀਜ਼ ਜਿਹੜੀ ਆਪਾਂ ਮੰਨ ਵੀ ਸਕਦੇ ਸੀ। ਜੀ ਜੀ। ਲੇਕਿਨ ਜਦੋਂ ਬੀਬਾ ਹਰਸਿਮਰਤ ਤੇ ਸਰ ਸੁਖਬੀਰ ਸਿੰਘ ਬਾਦਲ ਉਹਦੀ ਮਤਲਬ ਲੈਟਰ ਲਏ ਸੀ, ਜੀ ਜੀ ਜੀ, ਔਰ ਉਸ ਤੋਂ ਬਾਅਦ ਤੋਮਰ ਸਾਹਿਬ ਨੇ ਬਿਆਨ ਦੇ ਦਿੱਤਾ ਸੀ ਪਾਰਲੀਮੈਂਟ 'ਚ ਕਿ ਅਸੀਂ ਇਹ ਜਾਰੀ ਰੱਖਾਂਗੇ। ਜੀ ਜੀ। ਤਾਂ ਉਸ ਚੀਜ਼ ਤੋਂ ਬਾਅਦ ਸਾਨੂੰ ਲੱਗਦਾ ਸੀ ਕਿ ਹੁਣ ਇੰਨੀ ਜ਼ਬਾਨ ਦੇਣ ਤੋਂ ਬਾਅਦ ਇਹ ਇੰਨੀ ਛੇਤੀ ਭੱਜ ਤਾਂ ਨਹੀਂ ਸਕਦੇ। ਜੀ ਜੀ ਜੀ। ਚਲੋ ਉਹਦੇ 'ਚ ਜਿਹੜੀ ਬਾਰੀਕੀ ਸੀ ਉਹ ਇਹ ਸੀ ਕਿ ਉਹਨਾਂ ਨੇ ਜਿਹੜੀ ਮੰਡੀਆਂ ਤੋਂ ਬਾਹਰ ਖੁੱਲ੍ਹ ਦਿੱਤੀ ਕਿ ਟੈਕਸ ਨਹੀਂ ਲੱਗੇਗਾ, ਮੰਡੀਆਂ 'ਚ ਲੱਗੇਗਾ, ਉਹਦੇ ਨਾਲ ਮੰਡੀਆਂ ਖਤਮ ਹੋ ਜਾਣੀਆਂ। ਬਿਲਕੁਲ ਜੀ, ਬਿਲਕੁਲ। ਉਹਦੇ ਵਾਸਤੇ ਫਿਰ ਜੋ ਅਸੀਂ ਲੜਾਈ ਲੜੀ ਤਾਂ ਸਰਕਾਰ ਮੰਨ ਗਈ ਵੀ ਠੀਕ ਹੈ, ਬਾਹਰ ਵੀ ਟੈਕਸ ਸੇਮ ਹੋਏਗਾ, ਅੰਦਰ ਵੀ ਸੇਮ ਹੋਏਗਾ। ਜੀ ਜੀ। ਜਿਹੜਾ ਉਹਨਾਂ ਨੇ ਰੈਜ਼ੋਲੂਸ਼ਨ ਲਿਆਂਦਾ, ਜੋ ਉਹਨਾਂ ਨੇ ਆਫਰ ਦਿੱਤੀ, ਉਹ ਕਾਫੀ ਹੱਦ ਤੱਕ ਸਾਡੀਆਂ ਮੁਸ਼ਕਲਾਂ ਹੱਲ ਕਰਦੀ ਸੀ। ਜੀ। ਪਰ ਸਾਡੇ ਕਿਸਾਨ ਵੀਰਾਂ ਦਾ ਇਹ ਵਿਚਾਰ ਸੀ ਕਿ ਐਗਰੀਕਲਚਰ ਦੇ ਉੱਤੇ ਜਿਹੜੀ ਅਮੈਂਡਮੈਂਟ ਲੈ ਕੇ ਆਈ ਹੈ, ਜੀ ਜੀ, ਇਹ ਚੋਰ ਮੋਰੀ ਨਾਲ ਐਗਰੀਕਲਚਰ ਜਿਹੜਾ ਫੈਡਰਲ ਢਾਂਚਾ ਹੈ ਸੂਬਿਆਂ ਦੇ ਵਿੱਚ ਦਖਲ ਹੈ, ਬਿਲਕੁਲ ਜੀ, ਇਹ ਨਹੀਂ ਹੋਣੀ ਚਾਹੀਦੀ। ਜੀ ਜੀ ਜੀ। ਔਰ ਮੇਰਾ ਇਹ ਵੀ ਇਹ ਵਿਚਾਰ ਹੈ ਵੀ ਜਿਹੜਾ ਐਗਰੀਕਲਚਰ ਦੇ ਸਬਜੈਕਟ ਤੇ ਉਹ ਕਾਨੂੰਨ ਲੈ ਕੇ ਆਏ ਸੀ ਤਾਂ ਵਾਪਸ ਹੀ ਹੋਣਾ ਚਾਹੀਦਾ ਸੀ। ਜੀ ਜੀ। ਜਿਹੜੇ ਬਾਕੀ 2 ਕਾਨੂੰਨ ਨੇ ਉਹਨਾਂ 'ਚ ਸੋਧਾਂ ਹੋ ਸਕਦੀਆਂ ਨੇ। ਸੋ ਹੁਣ ਵੀ ਮੈਂ ਇਹ ਸਮਝਦਾ ਕਿ ਜੇਕਰ ਸਾਨੂੰ ਕੇਂਦਰ ਸਰਕਾਰ ਇੱਕ ਕਾਨੂੰਨ ਵਾਪਸ ਲੈ ਲੇ, ਦੂਜੇ 2 'ਚ ਸੋਧਾਂ ਕਰ ਦੇ, ਤਾਂ ਕਿਸਾਨਾਂ ਨੂੰ ਵੀ ਹੁਣ ਬਹੁਤ ਵੱਡੀ ਜਿਹੜੀ ਹੈ ਲੰਬੀ ਲੜਾਈ ਉਹਦੇ ਤੋਂ ਇੱਕ ਵਾਰ ਸਾਹ ਲੈ ਲੈਣਾ ਚਾਹੀਦਾ। ਇਹ ਕਹਿੰਦੇ ਹੁੰਦੇ ਨੇ ਜਿਹੜੇ ਪੁਰਾਣੇ, ਮੈਂ ਵੀ ਹੁਣ ਆਰਗੇਨਾਈਜੇਸ਼ਨ 'ਚ ਰਿਹਾ 40 ਸਾਲ ਮੈਂ ਜਿਹੜਾ ਐਸੋਸੀਏਸ਼ਨ 'ਚ ਕੰਮ ਕੀਤਾ ਹੈ, ਕਿ ਜਦੋਂ 2 ਸਟੈਪ ਅੱਗੇ ਲੈ ਲਈਏ ਕਿਸੇ ਵੇਲੇ 1 ਸਟੈਪ ਪਿੱਛੇ ਵੀ ਕਰਨਾ ਪੈਂਦਾ। ਔਰ ਮੈਂ
ਆਪਣੇ ਵੱਲੋਂ ਦੁਆ ਵੀ ਕਰਦਾ ਔਰ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਅਗਰ ਕੇਂਦਰ ਸਰਕਾਰ ਐਗਰੀਕਲਚਰ ਵਾਲਾ ਕਾਨੂੰਨ ਵਾਪਸ ਲੈ ਕੇ ਦੂਜੇ 2 ਕਾਨੂੰਨ 'ਚ ਅਮੈਂਡਮੈਂਟ ਕਰਕੇ ਕੋਈ ਆਫਰ ਦਿੰਦੀ ਹੈ ਤਾਂ ਸਾਨੂੰ ਉਹਦੇ ਤੇ ਸਹਿਮਤੀ ਕਰ ਲੈਣੀ ਚਾਹੀਦੀ ਹੈ, ਤਾਂ ਕਿ ਜੇਕਰ ਉਹਦੇ ਤੇ ਦੁਬਾਰਾ ਕਿਤੇ ਕਮੀ ਆਏਗੀ ਇਸ ਤੋਂ ਦੁੱਗਣੀ ਤਾਕਤ ਨਾਲ ਆਪਾਂ ਲੜ ਸਕਾਂਗੇ। ਨਹੀਂ ਤਾਂ ਲੰਬੀ ਲੜਾਈ 'ਚ ਕਈ ਵਾਰੀ ਜਿਵੇਂ ਜਰਮਨ ਹਾਰ ਗਿਆ ਸੀ ਰੂਸ 'ਚ ਜਾ ਕੇ, ਇਸ ਤਰ੍ਹਾਂ ਦੀ ਭੀਸ਼ਣ ਵੀ ਹੋ ਜਾਂਦੀ ਹੈ। ਮੈਂ ਉਹੀ ਗੱਲ ਕਰਨ ਲੱਗਾ ਸੀਗਾ, ਤੁਸੀਂ ਖੈਰ ਆਨਸਰ ਦੇ ਦਿੱਤਾ ਵੀ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ, ਤੁਸੀਂ ਤਾਂ ਬੜੇ ਕੁਲਾੜੀ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਉਹ ਅੰਦੋਲਨ ਹੈ ਇਹਨੂੰ ਹਾਈਜੈਕ ਕਰ ਲਿਆ ਜਾਵੇ, ਤਾਰ ਪੀਡੋ ਕੀਤਾ ਜਾਵੇ, ਜਿਹੜੇ ਕਿਸਾਨ ਆ ਉਹ ਭੰਨ ਲਏ ਜਾਣ, ਉਹਨਾਂ ਨੂੰ ਆਫਰਾਂ ਕਰਤੀਆਂ ਜਾਣ। ਮੇਰਾ ਖਿਆਲ ਤੁਸੀਂ ਵੀ ਗੱਲਾਂ ਸੁਣੀਆਂ ਹੋਣਗੀਆਂ, ਕਈ ਕਿਸਾਨਾਂ ਨੂੰ ਇੱਦਾਂ ਦੀਆਂ ਆਫਰਾਂ ਆ ਰਹੀਆਂ। ਤੁਸੀਂ ਕੀ ਸੋਚਦੇ ਹੋ ਵੀ ਜੇ ਕਿਸਾਨ ਅੰਦੋਲਨ ਲੰਬਾ ਚੱਲ ਗਿਆ, ਇਹ 'ਚ ਫਿਰ ਜਿਵੇਂ ਤੁਸੀਂ ਇਸ਼ਾਰਾ ਕੀਤਾ, ਇਹ 'ਚ ਕੋਈ ਤਿੜਕਣ ਦੀ ਪੋਸੀਬਿਲਿਟੀ ਤੁਹਾਨੂੰ ਲੱਗਦੀ ਹੈ? ਨਹੀਂ ਜੀ, ਇਹ ਪੋਸੀਬਿਲਿਟੀ ਨਹੀਂ, ਇਹ ਤਾਂ ਪ੍ਰਤੱਖ ਗੱਲਾਂ ਹੁੰਦੀਆਂ ਨੇ। ਲੰਬੀ ਲੜਾਈ ਜਿਹੜੀ ਹੈ ਇਹ ਵੱਡਿਆਂ ਨੂੰ ਹਰਾ ਦਿੰਦੀ, ਔਰ ਸਰਕਾਰਾਂ ਦੇ ਹੱਥ ਲੰਬੇ ਬੜੇ ਹੁੰਦੇ ਨੇ, ਤਾਕਤ ਬੜੀ ਹੁੰਦੀ ਹੈ, ਮੀਡੀਆ ਸਾਰੇ ਇਹਨਾਂ ਦੇ ਅੰਡਰ ਹੁੰਦੇ ਨੇ, ਪ੍ਰਸ਼ਾਸਨ ਇਹਨਾਂ ਦੇ ਅੰਡਰ ਹੁੰਦੇ ਨੇ। ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ ਕਿ ਅਸੀਂ ਕਿਸਾਨ ਤੇ ਆੜ੍ਹਤੀ ਇਕੱਠੇ ਲੜ ਰਹੇ ਸੀ। ਸਾਡੀ ਸੰਸਥਾ ਦੇ ਜਿੰਨੇ ਸੂਬੇ ਦੇ ਅਹੁਦੇਦਾਰ ਸੀਗੇ ਉਹਨਾਂ ਸਾਰਿਆਂ ਤੇ ਇਨਕਮ ਟੈਕਸ ਦੀਆਂ ਰੇਡਾਂ ਹੋ ਗਈਆਂ। ਉਦੋਂ ਬਾਅਦ ਜਿੰਨੀ ਸਾਡਾ ਕੈਡਰ ਸੀਗਾ ਇਹ 'ਚ ਬਹੁਤ ਵੱਡਾ ਟੈਰਰ ਆ ਗਿਆ। ਅੱਜ ਜਿਸ એનર્ਜੀ ਨਾਲ ਅਸੀਂ ਕਿਸਾਨਾਂ ਨਾਲ ਜਾ ਕੇ ਪਾਰਟਿਸਿਪੇਟ ਕਰ ਰਹੇ ਸੀ, ਸਾਨੂੰ ਵੀ ਮੁਸ਼ਕਲ ਆਉਂਦੀ ਹੈ। ਇਸੇ ਤਰੀਕੇ ਨਾਲ ਕਈਆਂ ਦੇ ਉੱਤੇ ਜਿਹੜਾ ਈਡੀ ਦੇ ਪਰਚੇ ਕਰਾਤੇ, ਸਾਰਿਆਂ ਦੇ ਉੱਤੇ ਪਰਚੇ ਹੋਏ ਨੇ। ਸੋ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਦੇਖੋ, ਪੰਜਾਬੀ ਹੈਗੇ ਤਾਂ ਬਹਾਦਰ ਨੇ, ਔਰ ਗੁਰੂ ਮਹਾਰਾਜ ਸਾਹਿਬ ਨੇ ਜੋ ਆਪਣੇ ਜੀਵਨ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ, ਸਿਧਾਂਤ ਦਿੱਤੇ ਪ੍ਰਤੱਖ, ਉਹਨਾਂ ਨੂੰ ਯਾਦ ਕਰਕੇ ਕਈ ਵਾਰੀ ਅਸੀਂ ਦਲੇਰ ਵੀ ਹੁੰਨੇ ਆ, ਪਰ ਫਿਰ ਵੀ ਸਮੇਂ ਮੁਤਾਬਕ ਥੋੜੀ ਜਿਹੀ ਲਚਕ ਜਿਹੜੀ ਹੈ ਉਹ ਲਿਆਉਣੀ ਚਾਹੀਦੀ ਹੈ, ਆਪਣੀ ਤਾਕਤ ਨੂੰ ਸੰਭਾਲ ਲੈਣਾ ਚਾਹੀਦਾ ਹੈ। ਮੈਂ ਕਹਿੰਦਾ ਜੇ ਦੁਬਾਰਾ ਲੜਾਈ ਲੜਨੀ ਪਈ ਤੇ ਅਸੀਂ ਕਿਹੜਾ ਬੋਫਰ ਤੋਪਾਂ ਲੈ ਕੇ ਆਉਣੀ ਹੈ, ਟਰਾਲੀਆਂ ਲੈ ਕੇ ਜਾਣੀ ਹੈ, ਦੁਬਾਰੇ ਲੈ ਜਾਾਂਗੇ, ਤੂੰ ਰਾਸ਼ਨ ਦੁੱਗਣਾ ਲੈ ਜਾਾਂਗੇ। ਇੱਕ ਵਾਰੀ ਆਪਾਂ ਜਿੱਤ ਕੇ ਜਿੰਨੀ ਕੁ ਜਿੱਤ ਸਾਨੂੰ ਮਿਲਦੀ ਹੈ ਉਹ ਲੈ ਕੇ ਘਰ ਆ ਜਾਣਾ ਚਾਹੀਦਾ। ਜੀ ਮਤਲਬ ਜਿਹੜੀ ਆ ਸਰਕਾਰ ਦੀ ਚੁੱਪ ਹੈ ਇਸ ਵੇਲੇ 3 ਫਰਵਰੀ ਤੋਂ ਬਾਅਦ ਲਈ, ਤੁਸੀਂ ਉਹਨੂੰ ਕਿਵੇਂ ਲੈਂਦੇ ਹੋ ਸਰਕਾਰ ਦੀ ਚੁੱਪ ਨੂੰ? ਦੇਖੋ, ਜਦੋਂ ਤੱਕ ਸਰਕਾਰ ਦੀ ਚੁੱਪ ਹੈ ਇਹ ਇੰਤਜ਼ਾਰ ਕਰ ਰਹੀ, ਜਿਵੇਂ ਕਹਿੰਦੇ ਆ ਨਾ ਵੀ ਜਦੋਂ 2 ਬਰਾਬਰ ਦੇ ਭਲਵਾਨ ਘੁਲਦੇ ਹੋਣ, ਸਰਕਾਰਾਂ ਨਾਲ ਪਬਲਿਕ ਦਾ ਕੀ ਮੁਕਾਬਲਾ ਜੀ। ਲੇਕਿਨ ਅੱਜ ਸਰਕਾਰ ਬਰਾਬਰ ਦਾ ਤਾਂ ਸਮਝਦੀ ਹੈ ਵੀ ਕਿਸਾਨ ਐਡੇ ਕਮਜ਼ੋਰ ਨਹੀਂ ਵੀ ਇਸ ਨੂੰ ਸੜਕਾਂ ਤੇ ਬਹਾ ਕੇ ਅਸੀਂ ਹਰਾ ਲਾਂਗੇ। ਸਰਕਾਰ ਨੂੰ ਸੋਚਣਾ ਪਏਗਾ, ਸਰਕਾਰ ਦੀ ਆਫਰ ਦੁਬਾਰਾ ਆਏਗੀ, ਉਸ ਆਫਰ ਨੂੰ ਜਿਹੜਾ ਹੈ ਕਿਸਾਨ ਸਾਡੇ ਆਗੂਆਂ ਨੂੰ ਸੰਭਾਲਣਾ ਚਾਹੀਦਾ ਹੈ। ਤੇ ਮੈਂ ਵੀ ਬੇਨਤੀ ਕਰਾਂਗਾ ਕਿ ਸਰਕਾਰ ਇਸ ਵੇਲੇ ਆੜ੍ਹਤੀਆਂ ਤੇ ਬਹੁਤ ਔਖੀ ਹੈ। ਉਹ ਕਹਿੰਦੀ ਹੈ ਕਿ ਆੜ੍ਹਤੀ ਸ਼ਹਿਰ ਕਿਸਾਨਾਂ ਨੂੰ ਉਕਸਾ ਰਹੇ ਜਾਂ ਫੀਡ ਕਰ ਰਹੇ, ਪਰ ਮੈਂ ਬਨਵੈਦ ਸਾਹਿਬ ਕਿਸਾਨ ਵੀ ਹਾਂ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕਿਸਾਨਾਂ ਨੇ ਇਸ ਇਸ਼ੂ ਦੇ ਉੱਤੇ ਪੰਜਾਬ ਦੇ ਹਰ ਕਿਸਾਨ ਨੇ ਜਿਹੜਾ ਦਾਨ ਦਿੱਤਾ, ਦਾਨ ਵੀ ਨਹੀਂ ਦਿੱਤਾ, ਆਪਣੀ ਪਾਰਟਿਸਿਪੇਸ਼ਨ ਫੀਸ ਦਿੱਤੀ ਹੈ। 200 ਰੁਪਇਆ ਪਰ ਏਕੜ ਪਿੰਡਾਂ ਚੋਂ ਇਕੱਠਾ ਕੀਤਾ, ਇਮਾਨਦਾਰੀ ਨਾਲ ਸਭ ਨੇ ਦਿੱਤਾ। ਉਹ ਲੜਾਈ ਉਹਦੇ ਸਿਰ ਤੇ ਲੜੀ। ਸਾਡੇ ਜਿੰਨੇ ਬੱਚੇ ਬਾਹਰ ਗਏ ਹੋਏ NRI, ਉਹਨਾਂ ਨੇ ਵਿਚਾਰਿਆਂ ਨੇ ਆਪਣੀ ਮਹੀਨੇ ਦੀ ਤਨਖਾਹ ਇਕੱਠੀ ਕਰਕੇ, ਮੈਂ ਕਹਿੰਦਾ ਜੀ ਗੁਰਦੁਆਰੇ ਗੁਲ ਰੱਖੀਆਂ ਹੋਈਆਂ ਹੈ ਨਾ, ਹੈਰਾਨੀ ਦੀ ਗੱਲ ਹੈ ਜੀ ਸਰ। ਇੱਕ ਮਿੰਟ, ਸੋ ਉਹਨੂੰ ਮਤਲਬ ਇਹ ਗਵਰਨਮੈਂਟ ਕਹੇ ਕਿ ਜੀ ਇਹ ਹਵਾਲੇ ਦਾ ਪੈਸਾ ਆ ਗਿਆ, ਇਹ ਜੀ ਜਿਹੜਾ ਹੈ ਖਾਲਿਸਤਾਨ ਦਾ ਪੈਸਾ ਆ ਗਿਆ, ਮੈਂ ਸਮਝਦਾ ਇਸ ਤੋਂ ਮਾੜੀ ਗੱਲ ਕੋਈ ਨਹੀਂ। ਬਹੁਤ ਮਿਹਨਤ ਨਾਲ ਉਹਨਾਂ ਬੱਚਿਆਂ ਨੇ ਉਹ ਪੈਸਾ ਭੇਜਿਆ ਔਰ ਅਸੀਂ ਇਹ ਜੰਗ ਲੜੀ ਹੈ। ਪਰ ਆੜ੍ਹਤੀਆਂ ਨੂੰ ਕੱਲਿਆਂ ਨੂੰ ਇਸ ਜੰਗ ਲਈ ਵਿਕਟਿਮਾਈਜ਼ ਕਰਨਾ, ਮੈਂ ਇਹਦੀ ਨਿੰਦਾ ਕਰਦਾ। ਔਰ ਸਾਰੀਆਂ ਸਿਆਸੀ ਪਾਰਟੀਆਂ ਜਿੰਨੀਆਂ ਵਿਰੋਧੀ ਪਾਰਟੀਆਂ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹੋ ਜਿਹੇ ਮੌਕੇ ਦੇ ਵਿੱਚ ਜਿੱਥੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਕਿਸਾਨ ਔਖਾ ਹੈ, ਸਾਰਿਆਂ ਨੂੰ ਕਿਸਾਨ ਨਾਲ ਖੜਨਾ ਚਾਹੀਦਾ। ਤੇ ਬੀਜੇਪੀ ਦੀ ਲੀਡਰਸ਼ਿਪ ਨੂੰ ਮੈਂ ਕਹਿਣਾ ਕਿ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹੋ। ਜੇਕਰ ਕੋਈ ਗਲਤੀ ਹੋਈ ਹੈ ਤੁਸੀਂ ਵੀ ਇੱਕ ਕਦਮ ਪਿੱਛੇ ਹਟ ਜਾਓ, ਜਿੱਦ ਜਿਹੜੀ ਹੈ ਮਾੜੀ ਹੁੰਦੀ। ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਚੀਮਾ ਸਾਹਿਬ, ਤੁਸੀਂ ਆਖਰੀ ਸਵਾਲ ਮੇਰਾ ਇਹ, ਹੁਣ ਤੁਸੀਂ ਵੈਸੇ ਤਾਂ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ, ਵੱਡੀਆਂ ਉਚਾਈਆਂ ਤੇ ਪਹੁੰਚੇ ਆ, ਤੁਹਾਡੇ ਮਨ 'ਚ ਕੋਈ ਹੋਰ ਹੁਣ ਇੱਛਾ ਕੀ ਹੈ ਕਿ ਤੁਸੀਂ ਕਿੱਥੇ ਤੱਕ ਪਹੁੰਚਣਾ ਚਾਹੁੰਦੇ ਹੋ? ਦੇਖੋ ਬਲਵੈਦ ਸਾਹਿਬ, ਜੇ ਤੁਸੀਂ ਸੱਚੀ ਗੱਲ ਪੁੱਛੋ ਨਾ ਜੀ, ਸਵੇਰੇ ਉੱਠਣ ਸਾਰ ਗੁਰੂ ਸਾਹਿਬ ਦਾ ਧੰਨਵਾਦ ਕਰੀਦਾ ਜੀ, ਤੇ ਸ਼ਾਮ ਨੂੰ ਸੌਣ ਲੱਗਿਆ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਦਾ ਜੀ ਵੀ ਮਹਾਰਾਜ ਐਨੇ ਜੋਗੇ ਨਹੀਂ ਸੀ ਅਸੀਂ ਜੀ, ਤੁਸੀਂ ਜਿੰਨੀ ਕਿਰਪਾ ਕੀਤੀ। ਇਸ ਵੇਲੇ ਜੀ ਕਰਦਾ ਹੈ ਕਿ ਜਿੰਨਾ ਨਿਘਾਰ ਸਾਡੇ ਮਤਲਬ ਸਿੱਖੀ ਦੇ ਵਿੱਚ ਆ ਰਿਹਾ ਹੈ, ਜੇ ਕਿਤੇ ਗੁਰੂ ਮਹਾਰਾਜ ਸਾਹਿਬ ਸੇਵਾ ਲੈ ਲੈਣ
ਅੱਛਾ ਜੀ। ਔਰ ਅਸੀਂ ਆਪਣੇ ਸਮਾਜ ਦੇ ਵਿੱਚ, ਆਪਣੇ ਧਰਮ ਦੇ ਵਿੱਚ ਜਿੰਨੀ ਗੁਰੂ ਮਹਾਰਾਜ ਸਾਹਿਬ ਨੇ ਸਾਨੂੰ ਵਿਲੱਖਣ ਪਹਿਚਾਨ ਦਿੱਤੀ, ਜਿੰਨੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਨਿਮਰਤਾ ਦਿੱਤੀ, ਅਗਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿੰਨੀ ਸਾਨੂੰ ਅਣਖ ਦਿੱਤੀ, ਅਗਰ ਅਸੀਂ ਤਿੰਨਾਂ ਦਾ ਸੁਮੇਲ ਕਰਕੇ ਕੋਈ ਸਮਾਜਿਕ ਤੌਰ ਤੇ ਆਪਣੀ ਸੇਵਾ ਕਰ ਸਕੀਏ ਤਾਂ ਮੇਰੇ ਮਨ ਦੀ ਇੱਛਾ ਤਾਂ ਇਹ ਹੈ। ਬਾਕੀ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਆਪਣਾ ਆਈਡੀਅਲ ਸਮਝਦਾ। ਦੁਨੀਆ ਉਹਦੇ ਬਾਰੇ ਕੁਝ ਵੀ ਕਵੇ, ਮੈਨੂੰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਮਤਲਬ ਪ੍ਰਧਾਨ ਹੁੰਦਿਆਂ ਜਿੰਨਾ ਮਾਣ ਦਿੱਤਾ ਔਰ ਜਿੰਨਾ ਪਿਆਰ ਕੀਤਾ, ਮੇਰੇ ਮਨ ਦੇ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਹੈ। ਵੇਖੋ, ਰਾਜਨੀਤਿਕ ਤੌਰ ਦੇ ਉੱਤੇ ਬਹੁਤ ਅੱਛੇ ਲੀਡਰ ਹੋਏ। ਅੱਜ ਜਦੋਂ ਕੋਈ ਉਹਨਾਂ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ, ਮੈਨੂੰ ਦੁੱਖ ਬੜਾ ਹੁੰਦਾ ਹੈ। ਮੈਂ ਤਾਂ ਇਹ ਵੀ ਕਹਿਣਾ ਸਿਮਰਨਜੀਤ ਮਾਨ ਸਾਹਿਬ ਹੋਰਾਂ ਨੂੰ, ਜਾਂ ਜਿੰਨੇ ਵੀ ਮਤਲਬ ਕੋਈ ਹੋਰ ਆਲੋਚਨਾ ਕਰਦੇ ਆ, ਜਾਂ ਸਾਡੇ ਵੀ ਕਈ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਪੱਕੇ ਸਿੰਘ ਸਮਝਦੇ, ਉਹ ਚੰਗੇ ਮਾੜੇ ਸ਼ਬਦ ਕਹਿੰਦੇ ਆ। ਮੈਂ ਕਹਿਣਾ ਤੁਸੀਂ ਇੱਕ ਵਾਰੀ ਹਫ਼ਤਾ ਕੁ ਬਾਦਲ ਸਾਹਿਬ ਨਾਲ ਲਾ ਕੇ ਵੇਖੋ, ਕਿਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਸ ਤਰ੍ਹਾਂ ਦਾ ਇਨਸਾਨ ਧਰਤੀ ਦੇ ਉੱਤੇ ਕਿਤੇ ਕਿਤੇ ਹੀ ਆਉਂਦਾ ਹੈ। ਬਿਲਕੁਲ ਜੀ। ਔਰ ਉਹ ਅਗਰ ਕੋਈ ਡਿਊਟੀ ਮੇਰੀ ਲਾਉਂਦੇ ਹੈ ਜੀ, ਤਾਂ ਉਹਨਾਂ ਤੋਂ ਵੀ ਮੈਂ ਇਹੀ ਮੰਗ ਕਰਾਂਗਾ ਕਿ ਪਿਛਲੇ ਸਮੇਂ 'ਚ ਜੋ ਸਾਡੇ ਤੇ ਇਲਜ਼ਾਮ ਲੱਗੇ, ਜੋ ਬਰਗਾੜੀ ਦਾ ਮਤਲਬ ਜਿਹੜਾ ਹੈ ਸਿੱਖੀ ਦੇ ਉੱਤੇ ਦਾਗ ਲੱਗਿਆ, ਖਾਸ ਤੌਰ ਤੇ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਲੱਗਿਆ, ਮਨਵੈਦ ਸਾਹਿਬ ਮੇਰੇ ਮਨ 'ਚ ਇਹ ਗੱਲ ਪੱਕੀ ਹੈ, ਅੰਦਰੋਂ ਇਹ ਗੱਲ ਆਉਂਦੀ ਹੈ ਵੀ ਇਹ ਵੱਡੀਆਂ ਏਜੰਸੀਆਂ ਨੇ ਕੰਮ ਕਰਾਇਆ ਔਰ ਸਿਆਸੀ ਪਾਰਟੀਆਂ ਨੇ ਜਿਹੜਾ ਹੈਗਾ ਕਿਤੇ ਬਾਹਰ ਬਹਿ ਕੇ ਇਹਨਾਂ ਦੀਆਂ ਵਿਉਂਤਾਂ ਬਣਾਈਆਂ, ਔਰ ਇਹ ਗੱਲ ਜਿਹੜਾ ਹੈਗਾ ਉਹ ਸਰਦਾਰ ਬਾਦਲ ਦੇ ਪੈ ਗਿਆ। ਔਰ ਇਹਦੇ 'ਚ ਹੁਣ ਵੀ ਜਦੋਂ ਮਰਜੀ ਇਹ ਨਿਰਪੱਖ ਜਾਂਚ ਕਰਨ ਤਾਂ ਉਹਦਾ ਕਿਤੇ ਨਾ ਕਿਤੇ ਤਾਰ ਬਾਹਰਲੇ ਦੇਸ਼ਾਂ ਨਾਲ ਜੁੜੇਗੀ। ਔਰ ਇਹਨੂੰ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਸਾਹਿਬ ਅੱਗੇ ਕਿ ਸੱਚ ਜਿਹੜਾ ਹੈਗਾ ਉਹਦਾ ਤੁਸੀਂ ਨਿਤਾਰਾ ਕਰ ਦਿਓ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਤਲਬ ਸਿੱਖੀ ਦੀ ਚੜ੍ਹਦੀ ਕਲਾ ਉਹ ਹੋਣੀ ਚਾਹੀਦੀ ਹੈ। ਔਰ ਸਾਡੇ ਪੰਜਾਬੀਆਂ ਦਾ ਜਿਹੜਾ ਮਾਣ ਸਤਿਕਾਰ ਹੈ, ਜਿੰਨਾ ਗੁਰੂ ਮਹਾਰਾਜ ਸਾਹਿਬ ਨੇ ਹੁਣ ਬਾਹਰਲੇ ਸੂਬਿਆਂ ਦੇ ਵਿੱਚ, ਦੇਸ਼ਾਂ ਦੇ ਵਿੱਚ ਸਾਡੇ MP ਬਣਨ ਲੱਗ ਗਏ, ਸਾਡੇ ਮੰਤਰੀ ਬਣਨ ਲੱਗ ਗਏ, ਤੇ ਇੰਨੀਆਂ ਵੱਡੀਆਂ ਪਦਵੀਆਂ ਔਰ ਇੰਨਾ ਸਤਿਕਾਰ ਸਾਡੀ ਜਿਹੜੀ ਹੈ ਦਸਤਾਰ ਨੂੰ ਮਿਲਣ ਲੱਗ ਗਿਆ। ਅਸੀਂ ਅਰਦਾਸ ਕਰੀਏ ਵੀ ਅਸੀਂ ਇੱਕ ਦੂਜੇ ਨੂੰ ਮਾੜਾ, ਖਾਸ ਤੌਰ ਤੇ ਜਿਹਦੇ ਸਿਰ ਤੇ ਦਸਤਾਰ ਹੈ, ਉਹਨੂੰ ਅਸੀਂ ਪਬਲਿਕਲੀ ਨਾ ਭੰਡੀਏ। ਜੇ ਤੁਸੀਂ ਚਾਹੁੰਦੇ ਹੋ ਕਿ ਉਹਦੇ 'ਚ ਕੋਈ ਬੁਰਾਈ ਹੈ ਤਾਂ ਉਹਨੂੰ ਆਪਣਾ ਗੁਰਸਿੱਖ ਭਰਾ ਸਮਝਦੇ ਉਹਦੇ ਘਰ ਜਾਓ, ਨਿਮਰਤਾ ਨਾਲ ਕਹੋ ਕਿ ਮੈਨੂੰ ਲੱਗਦਾ ਜੀ ਤੁਸੀਂ ਆਹ ਜਿਹੜਾ ਕੰਮ ਕਰ ਰਹੇ ਹੋ ਇਹਦੇ 'ਚ ਸੁਧਾਰ ਕਰ ਲਈਏ। ਇਹ ਸਾਡੀ ਧਰਮ ਲਈ, ਸਾਡੇ ਸਮਾਜ ਲਈ, ਸਾਡੀ ਕੌਮ ਲਈ ਜਿਹੜਾ ਹੈਗਾ ਇਹ ਜ਼ਰੂਰੀ ਹੈ। ਪਰ ਜਿਸ ਤਰ੍ਹਾਂ ਦੀ ਅਸੀਂ ਓਪਨਲੀ ਅੱਜ ਕੱਲ ਸੋਸ਼ਲ ਮੀਡੀਆ ਬੜਾ ਸਟਰੋਂਗ ਹੋ ਗਿਆ ਔਰ ਮਾੜੀਆਂ ਚੰਗੀਆਂ ਗੱਲਾਂ ਅਸੀਂ ਕਰਦੇ ਹਾਂ, ਉਹਦੇ ਨਾਲ ਸਾਡੀ ਸਿੱਖੀ ਦੀ ਸ਼ਾਨ, ਜਿੱਥੇ ਲੋਕ ਸਾਨੂੰ ਝੁੱਕ ਕੇ ਸਲਾਮ ਕਰਦੇ ਦਸਤਾਰ ਵੇਖ ਕੇ, ਕਿਤੇ ਰੇਲ ਗੱਡੀ 'ਚ ਹੋਈਏ, ਕਿਤੇ ਹਵਾਈ ਜਹਾਜ਼ 'ਚ ਹੋਈਏ, ਤਾਂ ਲੋਕ ਮਤਲਬ ਦੇਖਦੇ ਆ ਕਿ ਇਹ ਕੋਈ ਸੇਂਟ ਪਰਸਨੈਲਿਟੀਆਂ ਨੇ, ਤੇ ਉੱਥੇ ਅਸੀਂ ਇੱਕ ਦੂਜੇ ਨੂੰ ਜੇ ਆਪਣੀਆਂ ਪੱਗਾਂ ਲਾਉਂਦੀਆਂ ਵਿਖਾਈਏ, ਡਾਂਗਾਂ ਚੱਲਦੀਆਂ ਵਿਖਾਈਏ, ਤਾਂ ਉੱਥੇ ਸਾਡਾ ਇਮੇਜ ਜਿਹੜਾ ਉਹਦਾ ਘਾਣ ਹੁੰਦਾ ਹੈ। ਦੁਆ ਕਰਦੇ ਹਾਂ ਗੁਰੂ ਸਾਹਿਬ ਅੱਗੇ ਕਿ ਸਿੱਖਾਂ ਨੂੰ ਜਿਹੜੀ ਹੈ ਉਹ ਚੜ੍ਹਦੀ ਕਲਾ ਬਖਸ਼ੋ, ਸਮਤ ਬਖਸ਼ੋ ਕਿ ਸਾਡੀਆਂ ਗੱਲ ਵਖੜੀਆਂ ਪੈਣ। ਸਾਡੇ 'ਚ ਕੋਈ ਜਿਹੜਾ ਹੈਗਾ ਕਾਂਗਰਸੀ ਨਹੀਂ, ਕੋਈ ਅਕਾਲੀ ਨਹੀਂ, ਅਸੀਂ ਸਭ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ ਦੇ ਸਿੱਖਾਂ, ਔਰ ਗੁਰੂ ਸਾਹਿਬ ਸਾਡੇ ਤੇ ਮਿਹਰ ਕਰਨ। ਸਿੱਖੀ ਦੀ ਸ਼ਾਨ ਜ਼ਰੂਰੀ ਨਹੀਂ ਕਿ ਅਸੀਂ ਖਾਲਿਸਤਾਨ ਇੱਕ ਮਤਲਬ ਥੋੜੀ ਜਿਹੀ ਜਗ੍ਹਾ 'ਚ ਬਣਾਉਣਾ ਹੈ। ਸਾਡਾ ਖਾਲਿਸਤਾਨ ਸਾਰੀ ਦੁਨੀਆ 'ਚ ਹੋਣਾ ਚਾਹੀਦਾ ਹੈ। ਜਿੱਥੇ ਅਸੀਂ ਵਸੀਏ ਉੱਥੇ ਖਾਲਿਸਤਾਨ ਹੋਵੇ, ਔਰ ਚੜ੍ਹਦੀ ਕਲਾ 'ਚ ਸਿੱਖੀ ਜਿਹੜੀ ਉਹਨੂੰ ਵੇਖਣਾ ਚਾਹੁੰਦੇ। ਸੋ ਪਿਆਰੇ ਦਰਸ਼ਕੋ, ਚੀਮਾ ਸਾਹਿਬ ਦਾ ਜਿਹੜਾ ਸਮਾਜ ਲਈ, ਧਰਮ ਲਈ, ਦਰਦ ਮਨੁੱਖਤਾ ਲਈ ਆ, ਉਹ ਤੁਹਾਡੇ ਸਾਹਮਣੇ ਇਹਨਾਂ ਨੇ ਆਪਣਾ ਪ੍ਰਗਟ ਕਰਤਾ। ਮੈਨੂੰ ਇੰਝ ਲੱਗਦਾ ਕਿ ਇਹਨਾਂ ਨੂੰ ਇੱਕ ਮਨੁੱਖ ਦੀ, ਬੰਦੇ ਦੀ ਭਾਲ ਆ। ਦੂਸਰਾ ਇਹ ਕਿ ਇਹਨਾਂ ਦੇ ਪਰਿਵਾਰ ਨੇ ਜਿੰਨੀ ਮਿਹਨਤ, ਜਿੰਨੀ ਨਿਮਰਤਾ, ਜਿੰਨੀ ਇਮਾਨਦਾਰੀ, ਜਿੰਨੀ ਦਿਆਨਤਦਾਰੀ ਨਾਲ ਬੁਲੰਦੀਆਂ ਛੂਹੀਆਂ, ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੀ ਇਹਨਾਂ ਦੀ ਗੁੱਡੀ ਆ ਇਹ ਇਵੇਂ ਚੜੀ ਰਹੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਹਨਾਂ ਦੀ ਲੱਗੀ ਆ ਕਿ ਇਹ ਟੋਟਲ ਪਰਿਵਾਰ ਦਾ ਜਿਹੜਾ ਮੈਨੂੰ ਸਾਹਮਣੇ ਉੱਭਰ ਕੇ ਆਇਆ
ਕਿ ਇਹਨਾਂ ਨੇ ਆਪਣੀ ਗੁੱਡੀ ਚੜਾਉਣ ਲਈ ਤੁਣਕੇ ਜ਼ਰੂਰ ਮਾਰੇ ਆ, ਪਰ ਕਿਸੇ ਦੀ ਗੁੱਡੀ ਕੱਟਣ ਲਈ ਤੁਣਕੇ ਨਹੀਂ ਮਾਰੇ ਹੈਗੇ। ਸੋ ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਪਿਆਰੇ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਅੱਜ ਲਈ ਮੈਨੂੰ ਕਮਲਜੀਤ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਅਗਲੇ ਹਫਤੇ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ।